ਅਸੀਂ ਤੁਹਾਡੇ ਲਈ ਪ੍ਰਪੋਜ਼ਲ ਲੈ ਕੇ ਆਏ ਹਾਂ ਕਿ ਤੁਸੀਂ ਇਸ ਇਲੈਕਸ਼ਨ 'ਚ ਨਾ ਖੜੋ। ਉਹ ਅਗਲੇ ਦਿਨ ਅਸੀਂ ਨੋਮੀਨੇਸ਼ਨ ਪੇਪਰਸ ਫਾਈਲ ਕਰਨੇ ਸੀ। ਗੱਲਬਾਤ ਕੁਛ ਨਹੀਂ, ਸੁਖਬੀਰ ਜੀ ਨੇ ਕਿਹਾ ਕਿ ਇਲੈਕਸ਼ਨ ਨਾ ਲੜੋ। ਉਹਨਾਂ ਨੇ ਥੋੜਾ ਹੋਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਕਿ ਸਾਰੇ ਸਿੱਖ ਜਥੇਬੰਦੀ, ਜਿੰਨੀਆਂ ਵੀ ਸਿੱਖ ਜਥੇਬੰਦੀਆਂ ਹੈਗੀਆਂ, ਉਹ ਸਾਰੀ ਜਥੇਬੰਦੀਆਂ ਚਾਹੁੰਦੀਆਂ ਕਿ ਮਾਨ ਸਾਹਿਬ ਤੁਸੀਂ ਉਤਰ ਜਾਓ, ਬਸ ਤੁਸੀਂ ਨਾ ਲੜੋ। ਰੱਜੋਆਣਾ ਸਾਹਿਬ ਦੀ ਭੈਣ ਜੀ ਹੈਗੇ ਆ, ਅਤੇ ਉਹ ਉਹਨਾਂ ਦੇ ਬਲੱਡ ਰਿਲੇਟਿਵ ਵੀ ਨਹੀਂ ਹੈਗੇ, ਉਹਨਾਂ ਦੀ ਅਸਲੀ ਭੈਣ ਵੀ ਨਹੀਂ ਹੈਗੇ, ਅਤੇ ਉਹਨਾਂ ਨੂੰ ਪਾਰਲੀਮੈਂਟ ਭੇਜ ਕੇ ਰੱਜੋਆਣਾ ਸਾਹਿਬ ਦੀ ਜਾਂ ਹੋਰ ਕਿਸੇ ਬੰਦੇ ਦੀ ਰਿਹਾਈ ਕਿਵੇਂ ਹੋ ਸਕਦੀ ਹੈ? ਝੂਠ ਮਾਰੀ ਜਾ ਰਹੇ ਸੀਗੇ। ਉਹ ਆਪ ਦਾ ਕੋਈ ਸਟੰਟ ਖੇਡਣ ਨੂੰ ਆਏ ਸੀਗੇ। ਸਾਨੂੰ ਇਹਨਾਂ ਦੇ ਵਿੱਚ ਰਹਿੰਦੇ ਹੋਏ ਲੋਕਾਂ ਨੇ ਵਾਰਨ ਕੀਤਾ ਸੀਗਾ ਕਿ ਇਹ ਆਪ ਦਾ ਕੋਈ ਸਟੰਟ ਖੇਡਣ ਆ ਰਹੇ ਆ, ਕਿ ਇੱਥੇ ਆਹ ਫਿੱਟ ਕਰ ਦਿਓ, ਉੱਥੇ ਆਹ ਫਿੱਟ ਕਰ ਦਿਓ, ਇਹਨੂੰ ਇੱਥੇ ਫਿੱਟ ਕਰਕੇ ਸਾਨੂੰ ਆਹ ਫਾਇਦਾ ਮਿਲ ਜਾਣਾ, ਇਹਨੂੰ ਹਟਾ ਕੇ ਇਹ ਨੁਕਸਾਨ ਹੋ ਜਾਊਗਾ। ਇਸ ਤਰੀਕੇ ਨਾਲ ਲੋਕਾਂ ਦੀ ਜ਼ਿੰਦਗੀਆਂ ਨਾਲ ਇਹ ਖੇਡਦੇ ਨੇ। ਜਿਹੜੀ ਕਮੇਟੀ ਆਈ ਸੀਗੀ ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਵਾਸਤੇ, ਸਿੱਧੂ ਮੂਸੇਵਾਲਾ ਸਾਹਿਬ 101% ਸਪੋਰਟ 'ਤੇ ਆ ਰਹੇ ਸੀਗੇ। ਤਾਂ ਤੁਹਾਡੀ ਇਹ ਗੱਲ ਨਹੀਂ ਹੋਈ ਕਿ ਉਹਨਾਂ ਦੀ ਪਾਰਟੀ ਜਾਂ ਕਾਂਗਰਸ ਪਾਰਟੀ ਨੂੰ ਇਹਦੇ ਨਾਲ ਦਿੱਕਤ ਹੋਊਗੀ? ਪਬਲਿਕ ਪਰਸੈਪਸ਼ਨ ਉਹਨਾਂ ਦੀ ਕ੍ਰੀਏਟ ਕੀਤੀ ਗਈ ਹੈ ਕਿ ਉਹ ਕੱਟਰ ਹੈਗੇ ਹੈ ਜਾਂ ਰੈਡੀਕਲ ਹੈਗੇ ਹੈ ਜਾਂ ਦੂਜੇ ਧਰਮਾਂ ਦੇ ਨਹੀਂ ਹੈਗੇ। ਤੁਸੀਂ ਜਿਹੜੇ ਮਰਜ਼ੀ ਧਰਮ ਦੇ ਹੈਗੇ ਹੋ, ਤੁਹਾਨੂੰ ਆਪਦੇ ਧਰਮ ਖਾਤਰ, ਆਪਦੇ ਪਰਿਵਾਰ ਖਾਤਰ, ਆਪਦੇ ਕੰਮ ਖਾਤਰ ਕੱਟਰ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਹੈ ਕਿ ਖਾਲਿਸਤਾਨ ਦੀ ਲੜਾਈ ਇਹ ਰੈਡੀਕਲਿਜ਼ਮ ਨਹੀਂ ਹੈ, ਇਹ ਖਾਲਿਸਤਾਨ ਦੀ ਮੰਗ ਕਰਨਾ ਕੱਟੜਤਾ ਨਹੀਂ? ਉਹਨਾਂ ਦੀ ਲੜਾਈ ਸਿਧਾਂਤਾਂ ਦੀ ਲੜਾਈ ਹੈ। ਉਹਨਾਂ ਦੀ ਸਿਆਸਤ ਸਿਧਾਂਤਾਂ ਦੀ, ਇੱਕ ਸੋਚ ਦੀ ਤੇ ਇੱਕ ਆਈਡੀਓਲੋਜੀਕਲ ਲੜਾਈ ਹੈਗੀ ਹੈ। ਜਿਹੜੇ ਬੰਦੇ ਆਪਦੇ ਧਰਮ ਦੇ ਨਹੀਂ ਕੱਟਰ ਤੇ ਵਫਾਦਾਰ, ਉਹ ਪਰਿਵਾਰਾਂ ਦੇ ਵੀ ਨਹੀਂ ਰਹੇ, ਉਹ ਲੋਕਾਂ ਦੇ ਵੀ ਨਹੀਂ ਰਹੇ ਬਿਲਕੁਲ ਵੀ। ਕੈਪਟਨ ਅਮਰਿੰਦਰ ਸਿੰਘ ਦੀ ਪਰਿਵਾਰ ਨਾਲ ਵੀ ਬੜੇ ਨੇੜਲੇ ਸੰਬੰਧ ਨੇ ਤੁਹਾਡੀ ਫੈਮਿਲੀ ਦੇ। ਕਦੇ ਆਈਡੀਓਲੋਜੀਕਲ ਡਿਫਰੈਂਸਸ ਨੇ ਜਾਂ ਪੋਲੀਟੀਕਲ ਡਿਫਰੈਂਸਸ ਨੇ, ਉਹ ਪਰਿਵਾਰ 'ਚ ਬੈਠਦੇ ਹੋ ਤਾਂ ਉਦੋਂ ਚਰਚਾਵਾਂ ਨਹੀਂ ਹੁੰਦੀਆਂ? ਮਹਾਰਾਜਾ ਸਾਹਿਬ ਦੇ ਬੇਟੀ ਉਹ ਮੇਰੇ ਮਾਸੀ ਲੱਗਦੇ, ਜਾਇਆ ਮਾਸੀ। ਸੋ ਮੈਨੂੰ ਨਹੀਂ ਲੱਗਦਾ ਮੈਂ ਅੱਜ ਤੱਕ ਆਪਣੀ ਜ਼ਿੰਦਗੀ 'ਚ ਉਹਨਾਂ ਨਾਲ ਕੋਈ ਸਿਆਸੀ ਗੱਲ ਕੀਤੀ ਹੈ। ਸੰਗਰੂਰ ਜਿਮਨੀ ਚੋਣ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਫਿਰ ਚਰਚਾ ਦੇ ਵਿੱਚ ਨੇ। ਅਮਰਗੜ੍ਹ ਤੋਂ ਬਾਅਦ ਇਸ ਵਾਰ ਸੰਗਰੂਰ ਦੀ ਆਵਾਜ਼ ਆ ਰਹੀ ਹੈ। ਮੁਕਾਬਲਾ ਸਖਤ ਹੈ, ਪਰ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੂੰ ਜਿੰਨਾ ਕੁ ਵੀ ਸੁਣਿਆ, ਦੇਖਿਆ, ਪੜ੍ਹਿਆ, ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਦੇ ਹਾਂ, ਬਹੁਤ ਘੱਟ ਗੱਲਾਂ, ਖਾਸ ਤੌਰ 'ਤੇ ਹੁਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਘੱਟ ਜਾਣਦੀ ਹੈ। ਤਾਂ ਅੱਜ ਪਰਿਵਾਰ ਦੇ ਉਸ ਮੈਂਬਰ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਮਾਨ ਸਾਹਿਬ ਨੂੰ ਨੇੜਿਓਂ ਦੇਖਿਆ ਹੀ ਨਹੀਂ, ਉਹਨਾਂ ਦੀ ਹਰ ਇੱਕ ਗੱਲ ਦੇ ਨਾਲ ਵਾਕਫ ਨੇ। ਅੱਜ ਕੱਲ੍ਹ ਉਹਨਾਂ ਦਾ ਸਾਇਆ ਬਣ ਕੇ ਨਾਲ ਰਹਿੰਦੇ ਨੇ। ਮਾਨ ਸਾਹਿਬ ਦੇ ਦੋਤੇ ਗੋਬਿੰਦ ਸਿੰਘ ਹੋਣੇ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੱਕੜ ਸਾਹਿਬ, ਕੈਂਪੇਨ ਕਿਵੇਂ ਚੱਲ ਰਹੀ ਹੈ? ਕੈਂਪੇਨ ਸਾਡੀ ਬਹੁਤ ਵਧੀਆ ਚੱਲ ਰਹੀ ਹੈ ਅਤੇ ਲੋਕਾਂ ਦਾ ਰੁਝਾਨ ਇਸ ਵਾਰੀ ਮਾਨ ਸਾਹਿਬ ਵੱਲ ਵਧਿਆ ਹੋਇਆ, ਖਾਸ ਕਰ ਨੌਜਵਾਨਾਂ ਦਾ। ਅਤੇ ਇਹ ਮੇਰੇ ਖਿਆਲ ਯੂਥ ਦੀ ਇੱਕ ਕੈਂਪੇਨ ਹੈਗੀ ਹੈ, ਬਹੁਤ ਵੱਡੀ ਯੂਥ ਦੀ ਕੈਂਪੇਨ ਹੈ। ਨੌਜਵਾਨਾਂ ਨੇ ਆਪ ਹੀ ਇਹਨੂੰ ਚੁੱਕਿਆ ਹੋਇਆ, ਇਸ ਕੈਂਪੇਨ ਨੂੰ। ਫੈਮਿਲੀ ਦੇ ਤੌਰ 'ਤੇ ਕਿੰਨਾ ਸਮੇਂ ਔਖੇ ਰਹੇ ਆ ਤੁਹਾਨੂੰ? ਆਮ ਸ਼ੋਰ ਤੁਹਾਡੇ ਪੇਰੈਂਟਸ ਜਾਂ ਮਾਨ ਸਾਹਿਬ ਆਪ ਬਹੁਤ ਗੱਲਾਂ ਦੱਸਦੇ ਹੋਣਗੇ ਜਦੋਂ ਜੇਲ੍ਹ 'ਚ ਰਹੇ ਜਾਂ ਜਦੋਂ ਉਹ ਦੌਰ ਰਿਹਾ। ਮਾਨ ਸਾਹਿਬ ਆਪਦੇ ਜੇਲ੍ਹ ਦੀ ਗੱਲਾਂ ਸਾਡੇ ਨਾਲ ਬਹੁਤ ਘੱਟ ਸ਼ੇਅਰ ਕਰਦੇ ਆ। ਉਹ ਜਿਵੇਂ ਕੋਈ ਹੱਸੀ ਮਜ਼ਾਕ ਦੀ ਕੋਈ ਗੱਲ ਹੋਵੇ ਜਿਹੜੀ ਜੇਲ੍ਹ 'ਚ ਉਹਨਾਂ ਨਾਲ ਵਾਪਰੀ ਹੋਵੇ, ਉਹ ਗੱਲਾਂ ਕਰਦੇ ਆ, ਪਰ ਉਹਨਾਂ ਨੇ ਆਪਦੇ ਔਖੇ ਸਮੇਂ ਜਿਹੜੇ ਜੇਲ੍ਹ 'ਚ ਕੱਟੇ ਹੈਗੇ ਆ, ਟੋਰਚਰ ਦਾ
ਜਿਹੜਾ ਉਹਨਾਂ ਨਾਲ ਉਹਨਾਂ ਦੇ ਸਰੀਰਕ ਟੌਰਚਰ ਰਿਹਾ, ਮੈਂਟਲ ਟੌਰਚਰ ਰਿਹਾ, ਉਹਦੀ ਗੱਲਾਂ ਬਹੁਤ ਘੱਟ ਕਰਦੇ ਆ। ਤੇ ਸਾਡੇ ਨਾਲ ਤਾਂ ਕੀਤੀਆਂ ਨਹੀਂ, ਪਰ ਆਪਾਂ ਸੁਣਿਆ ਬਹੁਤ ਹੈਗਾ। ਮੈਂ ਆਪਦੇ ਮਦਰ ਤੋਂ ਬਹੁਤ ਕੁਝ ਸੁਣਿਆ, ਤੇ ਆਪਦੇ ਨਾਨੀ ਜੀ ਤੋਂ ਕਾਫੀ ਕੁਝ ਸੁਣਿਆ, ਤੇ ਨਾਲ ਰਹਿਣ ਵਾਲੇ ਜਿਹੜੇ ਉਹਨਾਂ ਦੇ ਯਾਰ ਮਿੱਤਰ ਸੀਗੇ ਉਸ ਵੇਲੇ ਦੇ, ਉਹਨਾਂ ਤੋਂ ਬਹੁਤ ਕੁਝ ਸੁਣਿਆ। ਤੇ ਜਿਵੇਂ ਲੋਕਾਂ ਨੇ ਪਰਸੈਪਸ਼ਨ ਬਣਾਈ ਹੋਈ ਹੈ, ਤੇ ਮੇਰੇ ਖਿਆਲ ਮੇਨ ਸਟ੍ਰੀਮ ਮੀਡੀਆ ਨੇ, ਤੇ ਜਿਵੇਂ ਦੀਪ ਕਹਿੰਦੇ ਸੀਗੇ ਕਿ ਇਹਨਾਂ ਨੂੰ ਸਿਆਸੀ ਤੌਰ ਤੇ ਸਮਾਜਿਕ ਤੌਰ ਤੇ ਖੁੰਝੇ 'ਚ ਪਾ ਕੇ ਰੱਖਿਆ ਸੀ ਇੰਨੇ ਸਾਲਾਂ ਤੋਂ। ਇਹ ਸਿਮਰਨਜੀਤ ਸਿੰਘ ਮਾਨ ਦਾ ਨਾਮ ਕੱਟੜਤਾ ਨਾਲ, ਰੈਡੀਕਲਿਜ਼ਮ ਨਾਲ, ਟੈਰਰਿਜ਼ਮ ਨਾਲ, ਇਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ ਸੀਗਾ। ਤੇ ਨਿੱਜੀ ਤੌਰ ਤੇ ਜੇ ਤੁਸੀਂ ਕਦੀ ਮੇਰੇ ਨਾਲ ਟਾਈਮ ਸਪੈਂਡ ਕਰੋਗੇ, ਮਾਨ ਸਾਹਿਬ ਨਾਲ, ਮੇਰੇ ਨਾਨਾ ਜੀ ਨਾਲ, ਤੁਸੀਂ ਜਾਂ ਤਾਂ ਸਾਡੇ ਨਾਲ ਡਲਹੌਜ਼ੀ ਆਇਓ, ਉਹਨਾਂ ਦਾ ਉੱਥੇ ਇੱਕ ਕੋਠਾ ਹੈਗਾ ਪਹਾੜਾਂ 'ਚ, ਤੇ ਡਲਹੌਜ਼ੀ ਘਰ ਹੈ ਮਾਨ ਸਾਹਿਬ ਦਾ। ਹਾਂਜੀ, ਕਾਫੀ ਪੁਰਾਣਾ ਘਰ ਹੈ ਮੇਰੇ ਖਿਆਲ, ਬਹੁਤ ਪੁਰਾਣਾ ਘਰ ਹੈਗਾ। ਉੱਥੇ ਉਹਨਾਂ ਦਾ ਬਾਗ ਵੀ ਹੈਗਾ, ਬਗੀਚਾ ਹੈਗਾ, ਅਖਰੋਟ ਦਾ ਬਾਗ ਹੈਗਾ, ਤੇ ਉੱਥੇ ਐਪਲਸ ਦਾ ਵੀ ਔਰਚਰਡ ਹੈਗਾ। ਤੇ ਉਹਨਾਂ ਨੂੰ ਕੈਂਪਿੰਗ, ਆਊਟਡੋਰ ਐਕਟੀਵਿਟੀਜ਼, ਇਹ ਚੀਜ਼ਾਂ ਬਹੁਤ ਪਸੰਦ ਹੈਗੀਆਂ। ਨਿੱਜੀ ਤੌਰ ਤੇ ਜਿਵੇਂ ਉਹਨਾਂ ਨੂੰ ਪਬਲਿਕ ਪਰਸੈਪਸ਼ਨ ਉਹਨਾਂ ਦੀ ਕ੍ਰੀਏਟ ਕੀਤੀ ਗਈ ਹੈ ਕਿ ਉਹ ਕੱਟਰ ਹੈਗੇ ਹੈ, ਜਾਂ ਰੈਡੀਕਲ ਹੈਗੇ ਹੈ, ਜਾਂ ਦੂਜੇ ਧਰਮਾਂ ਦੇ ਨਹੀਂ ਹੈਗੇ, ਇਹੋ ਜੀ ਕੋਈ ਗੱਲ। ਤਾਂ ਮਤਲਬ ਉਹ ਹਿੰਦੂ ਧਰਮ ਦੀ ਜਾਂ ਮੁਸਲਮਾਨ ਧਰਮ ਦੀ ਉਨੀ ਰਿਸਪੈਕਟ ਕਰਦੇ ਆ ਜਿੰਨੀ ਉਹ ਸਿੱਖ ਧਰਮ ਦੀ ਕਰਦੇ ਆ। ਬਿਲਕੁਲ ਕਰਦੇ ਹੈਗੇ ਆ। ਮੈਂ ਤੁਹਾਨੂੰ ਦੱਸਦਾ, ਉਹ ਹਮੇਸ਼ਾ ਇਹ ਪ੍ਰਚਾਰਦੇ ਆ ਰਹੇ ਹੈ ਕਿ ਤੁਸੀਂ ਜਿਹੜੇ ਮਰਜ਼ੀ ਧਰਮ ਦੇ ਹੈਗੇ ਹੋ, ਤੁਹਾਨੂੰ ਆਪਦੇ ਧਰਮ ਖਾਤਰ, ਆਪਦੇ ਪਰਿਵਾਰ ਖਾਤਰ, ਆਪਦੇ ਕੰਮ ਖਾਤਰ ਕੱਟਰ ਹੋਣਾ ਚਾਹੀਦਾ। ਤੁਸੀਂ ਜੋ ਮਰਜ਼ੀ ਕੰਮ ਕਰਦੇ ਹੋ, ਕੱਟਰਤਾ ਤੁਹਾਡੇ ਕੰਮ 'ਚ ਦਿਸਣੀ ਚਾਹੀਦੀ ਹੈ। ਸੀਰੀਅਸਨੈਸ ਤੁਹਾਨੂੰ ਆਪਦੇ ਧਰਮ ਪ੍ਰਤੀ ਹੋਣਾ ਬਹੁਤ ਜ਼ਰੂਰੀ ਹੈ। ਹੁਣ ਸਿੱਖ ਧਰਮ ਐਗਜ਼ਿਸਟੈਂਸ 'ਚ, ਹੋਂਦ 'ਚ ਹੀ ਇਸ ਕਰਕੇ ਆਇਆ ਸੀਗਾ ਕਿਉਂਕਿ ਬਾਕੀ ਧਰਮਾਂ 'ਚ ਉਸ ਟਾਈਮ 'ਚ ਬਰਾਬਰਤਾ ਨਹੀਂ ਸੀਗੀ, ਊਚ ਨੀਚ ਬਹੁਤ ਸੀਗੀ। ਸ਼ੂਦਰ ਜਾਤ ਸੀਗੇ, ਕਸ਼ਤਰੀਆ ਸੀਗੇ, ਬ੍ਰਾਹਮਣ ਸੀਗੇ, ਤੇ ਸਮਾਜ ਵੰਡਿਆ ਹੋਇਆ ਸੀਗਾ। ਇੱਕ ਦੂਜੇ ਨਾਲ ਤੁਸੀਂ ਖਾ ਪੀ ਨਹੀਂ ਸਕਦੇ ਸੀਗੇ, ਇਕੱਠੇ ਨਹੀਂ ਬਹਿ ਸਕਦੇ ਸੀ, ਵਿਆਹ ਨਹੀਂ ਕਰਾ ਸਕਦੇ ਸੀਗੇ। ਉਸ ਟਾਈਮ 'ਤੇ ਸਾਡੇ ਗੁਰੂਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਬਰਾਬਰਤਾ ਦੀ ਉਹਨਾਂ ਨੇ ਨੀਂਹ ਰੱਖੀ ਸੀਗੀ। ਸੋ ਜਦੋਂ ਹੁਣ ਸਾਡੇ ਪਰਿਵਾਰ 'ਚ ਇੰਨੇ ਸਾਰੇ ਸਾਡੇ ਨਿੱਜੀ ਅਤੇ ਕਲੋਸ ਸਾਡੇ ਜੀ ਹਿੰਦੂ ਧਰਮ ਦੇ ਹੈਗੇ ਆ, ਹਿੰਦੂ ਸਾਡੇ ਵੀਰ ਹੈਗੇ ਆ, ਤੇ ਮਾਨ ਸਾਹਿਬ ਦੇ ਨਾਲ ਰਹਿਣ ਵਾਲੇ ਜ਼ਿਆਦਾਤਰ ਸਾਰੇ। ਦੋਸਤੀ ਹੈਗੀ ਮਾਨ ਸਾਹਿਬ ਦੀ? ਬਹੁਤ ਸਾਰੇ। ਉਹ ਪਬਲਿਕ ਸਕੂਲ 'ਚ ਪੜ੍ਹੇ ਆ, ਬਿਸ਼ਪ ਕਾਟਨ ਸਕੂਲ 'ਚ ਸ਼ਿਮਲਾ 'ਚ, ਤੇ ਉਹਨਾਂ ਦੇ ਮੇਰੇ ਖਿਆਲ ਲਗਭਗ ਸਾਰੇ ਦੋਸਤ ਹਿੰਦੂ ਧਰਮ ਦੇ ਹੈਗੇ ਆ। ਤੇ ਉਹਨਾਂ ਨੂੰ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਕਿਸੇ ਧਰਮ ਦੇ। ਤੁਹਾਨੂੰ ਲੱਗਦਾ ਹੈ ਕਿ ਖਾਲਿਸਤਾਨ ਦੀ ਲੜਾਈ ਇਹ ਰੈਡੀਕਲਿਜ਼ਮ ਨਹੀਂ ਹੈ, ਇਹ ਖਾਲਿਸਤਾਨ ਦੀ ਮੰਗ ਕਰਨਾ ਕੱਟੜਤਾ ਨਹੀਂ ਹੈ? ਇਹ ਆਪਦੇ ਧਰਮ ਖਾਤਰ ਕੱਟੜਤਾ ਹੈਗੀ ਹੈ। ਮੈਂ ਤੁਹਾਨੂੰ ਦੱਸਦਾ, ਹੁਣ ਮੱਕੜ ਸਾਹਿਬ, ਮੈਂ ਤੁਹਾਨੂੰ ਦੱਸਦਾ, ਇਹ ਇੱਕ ਪੋਲੀਟੀਕਲ ਆਈਡੀਓਲੋਜੀ ਹੈ। ਖਾਲਸ ਮਤਲਬ ਪਿਓ, ਐਂਡ ਸ਼ੁੱਧ, ਸਥਾਨ ਮਤਲਬ ਥਾਂ, ਠੀਕ ਹੈ ਜੀ। ਤੇ ਇਹਦੇ ਨਾਲ ਖਾਲਸੇ ਰਾਜ ਦੀ ਵੀ ਤੁਸੀਂ ਗੱਲ ਕਰ ਸਕਦੇ ਹੋ, ਤੇ ਇਹਦੇ ਨਾਲ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਵੀ ਗੱਲ ਕਰ ਸਕਦੇ ਹੋ ਕਿ ਉਸ ਟਾਈਮ ਰਾਜ ਕਿਹੋ ਜਿਹਾ ਸੀਗਾ। ਅੱਜ ਤੁਸੀਂ ਦੇਖੋ ਸਾਡੇ ਖੇਤ ਮਜ਼ਦੂਰਾਂ ਦੀ, ਸਾਡੇ ਨੀਚਲੀ ਜਾਤਾਂ ਦੀ, ਜਾਂ ਗਰੀਬ ਵਰਗਾਂ ਦੀ ਕੋਈ ਪੁੱਛ ਨਹੀਂ ਹੈਗੀ ਬਿਲਕੁਲ ਵੀ। ਜੇ ਤੁਸੀਂ ਉਸ ਟਾਈਮ ਦੇ ਰਾਜ ਦੀ ਗੱਲ ਦੇਖੋਗੇ ਤੇ ਤੁਸੀਂ ਦੇਖੋਗੇ ਕਿ ਬਰਾਬਰਤਾ ਸੀਗੀ ਉਸ ਟਾਈਮ, ਕਿਸੇ ਨੂੰ ਊਚ ਨੀਚ ਦੀ ਸਜ਼ਾ ਵੀ ਨਹੀਂ ਸੀਗੀ। ਸੋ ਹੁਣ ਕੱਟੜਤਾ ਦਾ ਉਹਨਾਂ ਦਾ ਇਹ ਅਰਥ ਹੈਗਾ ਕਿ ਉਹ ਜ਼ਰੂਰ ਆਪਣੇ ਧਰਮ ਦੇ ਕੱਟਰ ਹੈਗੇ ਆ, ਤੇ ਕੱਟੜਤਾ ਨਾਲ ਸਿੱਖੀ ਸਾਨੂੰ ਇਹ ਦੱਸਦੀ ਹੈ ਕਿ ਸਾਰੇ ਧਰਮ ਬਰਾਬਰ ਹੈਗੇ ਆ, ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰੇ ਬਰਾਬਰ ਹੈਗੇ ਆ। ਤੇ ਸਿਆਸਤ ਅੱਜ ਦੀ ਡੇਟ 'ਚ ਧਰਮਾਂ ਦੇ ਨਾਲ ਨਹੀਂ ਜੋੜੀ ਜਾ ਸਕਦੀ। ਹੁਣ ਇਹ ਕਹਿੰਦੇ ਆ ਰਹੇ ਆ ਕਿ ਤੁਸੀਂ ਜਿਹੜੇ ਮਰਜ਼ੀ ਧਰਮ ਦੇ ਹੈਗੇ ਹੋ, ਜੇ ਤੁਸੀਂ ਮੁਸਲਮਾਨ ਹੈਗੇ ਹੋ, ਤੇ ਕੱਲ ਉੱਥੇ ਮਲੇਰਕੋਟਲੇ ਸਟੇਜ ਤੇ ਕਹਿ ਰਹੇ ਸੀਗੇ ਕਿ ਸਲਾਮ ਅਲੈਕਮ ਦਾ ਜਵਾਬ ਤੁਸੀਂ ਜ਼ੋਰ ਦੀ ਦਿਓ, ਤੁਸੀਂ ਕਿਉਂ ਆਪਣੀ ਕੌਮੀਅਤ ਨਹੀਂ ਪਹਿਚਾਣਦੇ। ਜੇ ਉਹ ਰਾਮ ਰਾਮ ਕਹਿਣਗੇ ਹਿੰਦੂ ਭਰਾਵਾਂ ਨੂੰ, ਉੱਥੋਂ ਵੀ ਉਹ ਐਕਸਪੈਕਟ ਕਰਨਗੇ ਕਿ ਉਹਨਾਂ ਨੂੰ ਰਾਮ ਦਾ ਜਵਾਬ ਪੂਰੇ ਜ਼ੋਰ ਸ਼ੋਰ ਨਾਲ ਹਿੰਦੂ ਵੀਰਾਂ ਤੋਂ ਪ੍ਰਗਟ ਹੋਵੇ। ਹੁਣ ਗੱਲ ਇਹ ਹੈ ਕਿ ਉਹਨਾਂ ਦੀ ਲੜਾਈ ਸਿਧਾਂਤਾਂ ਦੀ ਲੜਾਈ ਹੈ, ਉਹਨਾਂ ਦੀ ਸਿਆਸਤ ਸਿਧਾਂਤਾਂ ਦੀ, ਇੱਕ ਸੋਚ ਦੀ, ਤੇ
ਇੱਕ ਆਈਡੀਓਲੋਜੀਕਲ ਲੜਾਈ ਹੈਗੀ ਹੈ ਤੇ ਉਹਨਾਂ ਦੀ ਸਿਆਸਤ ਵੀ ਸਿਧਾਂਤਾਂ ਦੀ ਸਿਆਸਤ ਹੈਗੀ ਹੈ। ਜਿਹੜੇ ਬੰਦੇ ਆਪ ਤੇ ਧਰਮ ਖਾਤਰ ਕੱਟੜ ਨਹੀਂ ਹੈਗੇ ਤੇ ਸਿਆਸਤ 'ਚ ਹੈਗੇ, ਤੁਸੀਂ ਦੇਖਿਓ ਕਦੀ ਉਹ ਆਪ ਤੇ ਪਰਿਵਾਰਾਂ ਦੇ ਵੀ ਨਹੀਂ ਕੱਟੜਤਾ ਨਾਲ ਆਪ ਤੇ ਪਰਿਵਾਰ ਨੂੰ ਵੀ ਨਹੀਂ ਦੇਖ ਸਕਦੇ, ਉਹ ਪਰਿਵਾਰਾਂ ਦੇ ਵੀ ਨਹੀਂ ਆਪ ਦੇ ਵਫਾਦਾਰ। ਜਿਹੜੇ ਬੰਦੇ ਆਪਦੇ ਧਰਮ ਦੇ ਨਹੀਂ ਕੱਟੜ ਤੇ ਵਫਾਦਾਰ, ਉਹ ਪਰਿਵਾਰਾਂ ਦੇ ਵੀ ਨਹੀਂ ਰਹੇ, ਉਹ ਲੋਕਾਂ ਦੇ ਵੀ ਨਹੀਂ ਰਹੇ ਬਿਲਕੁਲ ਵੀ। ਉਹ ਮੀਸਨੇ ਲੀਡਰਸ ਹੈਗੇ। ਉਹ ਉਹਨਾਂ ਦਾ ਕੀ ਹੈਗਾ ਕਿ ਉਹਨਾਂ ਨੇ ਜ਼ਿੰਦਗੀ 'ਚ ਸਾਰਾ ਕੁਝ ਖੱਟ ਲਿਆ, ਸਾਰਾ ਕੁਝ ਕੋਸ਼ਿਸ਼ ਕਰਨ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਹੱਥ ਪੈਰ ਇੱਥੇ ਵੀ ਮਾਰ ਲਈਏ ਉੱਥੇ ਵੀ ਮਾਰ ਲਈਏ। ਤਾਂ ਜਦੋਂ ਜ਼ਿੰਦਗੀ 'ਚ ਸਾਰੇ ਪਾਸੇ ਫੇਲੀਅਰਸ ਉਹਨਾਂ ਨੂੰ ਪ੍ਰਾਪਤ ਹੁੰਦੇ ਆ, ਫਿਰ ਪੋਲੀਟਿਕਸ ਇਜ਼ ਅ ਗੇਮ ਆਫ ਫੇਲੀਅਰਸ। ਉਹਨਾਂ ਲੋਕਾਂ ਲਈ ਹੈਗੀ ਹੈ ਇਸ ਦੇਸ਼ 'ਚ ਜਿਹੜੇ ਕਿਤੇ ਵੀ ਜ਼ਿੰਦਗੀ 'ਚ ਕੁਝ ਕਰ ਨਹੀਂ ਸਕੇ ਤੇ ਉਹਨਾਂ ਨੇ ਸਿਆਸਤ 'ਚ ਆ ਕੇ ਆਪ ਦਾ ਨਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਕਿ ਇਹਨਾਂ ਨੇ ਖੁੰਝੇ ਲਾਉਣ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਲੱਗਦਾ ਕਿ ਮਾਨ ਸਾਹਿਬ ਇੰਨੇ ਸਾਲ ਖੁੰਝੇ ਲੱਗ ਕੇ ਰਹੇ ਨੇ? ਸਿਆਸੀ ਤੌਰ ਤੇ ਜੀ ਉਹ ਖੁੰਝੇ 'ਚ ਸੀਗੇ, ਸਮਾਜਿਕ ਤੌਰ ਤੇ ਵੀ। ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਇਸੇ ਪਿੰਡ 'ਚ ਪਹਿਲਾਂ ਕਹਿੰਦੇ ਸੀਗੇ ਉਹ 2 ਕੋਠੇ ਜਿਹੜੇ ਨੇ ਉਹ ਮਾਨ ਨਾਲ ਪੱਕੇ ਜੁੜੇ ਹੋਏ ਆ। ਅੱਜ ਲਗਭਗ ਸਾਰੇ ਪਿੰਡ ਦੀ ਆਵਾਜ਼ ਇਹ ਹੈਗੀ ਹੈ ਕਿ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਚਾਹੁੰਦੇ। ਹੁਣ ਉਸ ਟਾਈਮ 'ਚ ਸਾਡੇ ਜਿਹੜੇ ਸਭ ਤੋਂ ਜੂਨੀਅਰ ਸਾਡੇ ਪਾਰਟੀ ਦੇ ਲੀਡਰਸ ਵੀ ਸੀਗੇ, ਪਿੰਡਾਂ ਦੇ ਸਾਡੀ ਲੀਡਰਸ਼ਿਪ ਸੀਗੀ, ਉਹਨਾਂ ਨੂੰ ਵੀ ਸਮਾਜਿਕ ਤੌਰ ਤੇ ਪੁਸ਼ ਆਊਟ ਕੀਤਾ ਗਿਆ ਸੀਗਾ। ਉਹ ਲੜਦੇ ਨੇ, ਇਹ ਝਗੜਦੇ ਨੇ ਤੇ ਉਹ 2 ਕੋਠੇ ਪੱਕੇ ਨੇ, ਬਾਕੀ ਸਾਰਾ ਸਮਾਜ ਇੱਕ ਪਾਸੇ ਸੀਗਾ, ਉਹ 2 ਕੋਠੇ ਇੱਕ ਪਾਸੇ ਸੀਗੇ। ਉਸ ਤਰ੍ਹਾਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਪਾਸੇ ਸੀਗੇ, ਬਾਕੀ ਸਾਰੀ ਸਿਆਸੀ ਲੀਡਰਸ਼ਿਪ ਅਖੌਤੀ ਪਾਰਟੀਆਂ ਦੇ ਜਿੰਨੇ ਵੀ ਲੀਡਰਸ ਹੈਗੇ ਆ ਉਹ ਸਾਰੇ ਇੱਕ ਪਾਸੇ ਸੀਗੇ। ਹੁਣ ਜਦੋਂ ਸਮਾਜਿਕ ਤੌਰ ਤੇ ਸਿਆਸੀ ਤੌਰ ਤੇ ਤੁਸੀਂ ਕਿਸੇ ਨੂੰ ਖੁੰਝੇ 'ਚ ਪਾਉਂਦੇ ਹੋ, ਉਹਦੇ ਕਾਰਨ ਹੁੰਦੇ ਆ। ਤੁਸੀਂ ਚਾਹੁੰਦੇ ਨਹੀਂ ਕਿ ਉਹ ਲੋਕ ਉੱਭਰ ਕੇ ਉੱਪਰ ਆਉਣ, ਕਿਉਂਕਿ ਉਹਦੇ ਨਾਲ ਜਿਹੜੇ ਲੋਕ ਸਿਆਸੀ ਰੋਟੀਆਂ ਪਕਾਉਂਦੇ ਹੈਗੇ ਆ ਤੇ ਸਿਆਸਤ ਤੋਂ ਆਪਦੀ ਕਮਾਈ ਕਰਦੇ ਆ, ਉਹਨਾਂ ਦੀਆਂ ਇਹੋ ਜਿਹੀਆਂ ਕਮਾਈਆਂ ਰੁਕ ਜਾਂਦੀਆਂ। ਜਦੋਂ ਲੋਕ ਸੋਚ ਦੇ ਅਧੀਨ ਤੇ ਸਿਧਾਂਤਾਂ ਦੇ ਅਧੀਨ ਕੰਮ ਕਰਨ ਲੱਗ ਜਾਂਦੇ ਆ ਤੇ ਲੋਕਾਂ ਨੂੰ ਅਵੇਅਰਨੈਸ ਆ ਜਾਂਦੀ ਹੈ ਕਿ ਹੋ ਕੀ ਰਿਹਾ ਸਾਡੇ ਮੁਲਕ 'ਚ ਜਾਂ ਸਾਡੇ ਨਿੱਜੀ ਜ਼ਿੰਦਗੀਆਂ 'ਚ ਸਿਆਸਤ ਕਰਕੇ ਕਿਵੇਂ ਇੰਨਾ ਗੰਦ ਭਰਿਆ ਜਾ ਰਿਹਾ, ਫਿਰ ਨੈਚੁਰਲੀ ਉਹਨਾਂ ਦੀ ਦੁਕਾਨ ਬੰਦ ਹੋ ਜਾਂਦੀ ਹੈ। ਸੋ ਇਹੀ ਕੁਝ ਮੇਰੇ ਖਿਆਲ ਅੱਜ ਹੋ ਰਿਹਾ ਹੈ ਅੱਜ ਦੇ ਇਸ ਇਲੈਕਸ਼ਨ 'ਚ ਵੀ। ਤੁਹਾਡੇ ਪਰਿਵਾਰਕ ਤੌਰ ਤੇ ਜਦੋਂ ਬਹਿੰਦੇ ਹੋ, ਘਰ ਫੈਮਿਲੀ ਬੈਠਦੀ ਹੈ, ਉਦੋਂ ਵੀ ਮਾਨ ਸਾਹਿਬ ਇਹ ਸਾਰੀਆਂ ਗੱਲਾਂ ਕਰਦੇ? ਉਦੋਂ ਕੋਈ ਹੋਰ ਉਹਨਾਂ ਦਾ ਇੱਕ ਡਿਫਰੈਂਟ ਮਾਨ ਸਾਹਿਬ ਦੇਖਦੇ ਹੁੰਦੇ ਹੋ? ਮਾਨ ਸਾਹਿਬ ਨੂੰ ਨਾ ਐਕਚੁਅਲੀ ਪਰਿਵਾਰ 'ਚ ਸਿਆਸੀ ਗੱਲਾਂ ਕਰਨਾ ਪਸੰਦ ਨਹੀਂ ਹੈਗਾ ਬਿਲਕੁਲ ਵੀ। ਹੁਣ ਜਿਵੇਂ ਮੈਂ ਛੋਟਾ ਹੈਗਾ, ਠੀਕ ਹੈ, ਤੇ ਮੈਂ ਬਹੁਤ ਚਾਹੁੰਦਾ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਇਹਨਾਂ ਦਾ ਸੰਘਰਸ਼ ਸਿਆਸੀ ਹੋਂਦ 'ਚ ਲਿਆਵਾਂ, ਸਾਰਿਆਂ ਨਾਲ ਰਲ ਕੇ। ਪਾਰਟੀ ਦੀ ਸਾਰੀ ਲੀਡਰਸ਼ਿਪ ਹੈ, ਇਹਨਾਂ ਨਾਲ ਰਲ ਕੇ ਆਪਾਂ ਇਹਨੂੰ ਇੱਕ ਸਿਆਸੀ ਆਪਾਂ ਰੂਪ ਰੇਖਾ ਦੇ ਦਈਏ। ਤੇ ਮੇਰਾ ਵੀ ਬੜਾ ਜੀ ਕਰਦਾ ਪੂਰਾ ਦਿਨ ਉਹਨਾਂ ਨੂੰ ਕਿਸੇ ਨਾ ਕੋਈ ਵਿਸ਼ੇ ਤੇ ਮੈਂ ਇਹਨਾਂ ਨੂੰ ਸੁਜੈਸ਼ਨਸ ਦਿੰਦਾ ਰਵਾਂ, ਪਰ ਉਹਨਾਂ ਦਾ ਧਿਆਨ ਆਸੇ-ਪਾਸੇ ਹੋ ਜਾਂਦਾ ਹੈ। ਉਹ ਪਰਿਵਾਰ 'ਚ ਬਹੁਤ ਘੱਟ ਸਿਆਸੀ ਗੱਲਾਂ ਕਰਦੇ। ਜਿਵੇਂ ਹੁੰਦਾ ਨਾ ਕਿ ਇੱਕ ਦੋਹਤੇ ਵਾਲਾ ਪਿਆਰ, ਜਿਵੇਂ ਨਾਨੇ ਤੇ ਦੋਹਤੇ ਦਾ ਇੱਕ ਪਿਆਰ ਹੁੰਦਾ ਹੈ, ਉਹ ਤੁਹਾਨੂੰ ਮਿਲਿਆ ਕਿ ਹਮੇਸ਼ਾ ਹੀ ਮਾਨ ਸਾਹਿਬ ਉਸ ਤਰ੍ਹਾਂ ਇੱਕ ਆਈਕੋਨਿਕ ਲੀਡਰ ਦੇ ਤਰ੍ਹਾਂ ਹੀ ਤੁਸੀਂ ਜਿਵੇਂ ਘਰ ਦੇ ਵਿੱਚ ਵਿਚਰਦੇ ਹੋ ਤਾਂ ਤੁਹਾਡੇ ਵਾਸਤੇ ਉਹ ਮਾਨ ਸਾਹਿਬ ਹੀ ਹੁੰਦੇ ਆ ਜਾਂ ਫਿਰ ਨਾਨਾ ਜੀ ਹੁੰਦੇ ਆ ਉੱਥੇ? ਮੇਰੇ ਲਈ ਤਾਂ ਮੇਰੇ ਨਾਨਾ ਜੀ ਮੇਰੇ ਰੋਲ ਮਾਡਲ ਹੈਗੇ ਆ ਤੇ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਤੇ ਮੈਨੂੰ ਮੌਕਾ ਮਿਲਿਆ ਬਹੁਤ ਸਾਰੇ ਪਰਿਵਾਰਾਂ ਨਾਲ ਮਿਲ ਜੁਲ ਕੇ ਰਹਿਣ ਦਾ, ਤੇ ਮੈਨੂੰ ਆਪ ਤੇ ਨਾਨਾ ਜੀ 'ਚ ਇਹੋ ਜਿਹੇ ਗੁਣ ਦਿਸਦੇ ਹੈਗੇ ਜਿਹੜੇ ਮੈਨੂੰ ਅੱਜ ਤੱਕ ਕਿਸੇ ਵਿਅਕਤੀ 'ਚ ਦਿਸੇ। ਜਿਵੇਂ ਛੋਟੇ ਹੁੰਦੇ ਬੰਦਾ ਕਹਿ ਦਿੰਦਾ ਵੀ ਨਾਨਾ ਜੀ ਮੈਂ ਆਹ ਚੀਜ਼ ਲੈਣੀ ਹੈ ਜਾਂ ਮੈਂ ਜਾਂ ਕਦੇ ਇਸ ਤਰ੍ਹਾਂ ਦੀਆਂ ਆਮ ਜਿਵੇਂ ਘਰਾਂ ਦੇ ਵਿੱਚ ਗੱਲਾਂ ਚੱਲਦੀਆਂ, ਉਹ ਜਦੋਂ ਆਪਾਂ ਛੋਟੇ ਸੀਗੇ ਸਾਨੂੰ ਸਭ ਤੋਂ ਜ਼ਿਆਦਾ ਐਜ਼ ਚਿਲਡਰਨ ਖਰਾਬ ਵੀ ਸਾਡੇ ਨਾਨਾ ਜੀ ਕਰਦੇ ਸੀਗੇ। ਜੋ ਮਰਜ਼ੀ ਸਾਨੂੰ ਪੂਰਾ ਪੈਂਪਰ ਕਰਦੇ ਸੀ ਪੂਰਾ ਟਾਈਮ। ਹਾਂਜੀ। ਕੈਪਟਨ ਅਮਰਿੰਦਰ ਸਿੰਘ ਦੀ ਪਰਿਵਾਰ ਨਾਲ ਵੀ ਬੜੇ ਨੇੜਲੇ ਸੰਬੰਧ ਨੇ ਤੁਹਾਡੀ ਫੈਮਿਲੀ ਦੇ। ਕਦੇ ਆਈਡੀਓਲੋਜੀਕਲ ਡਿਫਰੈਂਸਸ ਨੇ ਜਾਂ ਪੋਲੀਟੀਕਲ ਡਿਫਰੈਂਸਸ ਨੇ, ਉਹ ਪਰਿਵਾਰ 'ਚ ਬੈਠਦੇ ਹੋ ਤਾਂ ਉਦੋਂ ਚਰਚਾਵਾਂ ਨਹੀਂ ਹੁੰਦੀਆਂ? ਜਦੋਂ ਅਸੀਂ ਪਰਿਵਾਰ 'ਚ ਇਕੱਠੇ ਹੁੰਦੇ ਆ ਨਾ ਜੀ ਮੱਕੜ ਸਾਹਿਬ, ਜਾਂ ਤਾਂ ਜਨਮ ਦਿਹਾੜੇ ਹੁੰਦੇ ਆ ਜਾਂ ਸਾਡੇ ਫੰਕਸ਼ਨਸ ਹੁੰਦੇ ਆ ਪਰਿਵਾਰ 'ਚ, ਸਾਡਾ ਪਰਿਵਾਰ ਹੀ ਇਹੋ ਜਿਹਾ ਹੈਗਾ ਕਿ ਆਪਾਂ ਡਰਾਇੰਗ ਰੂਮ 'ਚ ਬਹਿ ਕੇ ਆਪਾਂ ਪੋਲੀਟਿਕਸ ਦੀ ਬਹੁਤ ਘੱਟ ਗੱਲ ਕਰਦੇ। ਹੁਣ ਮਹਾਰਾਜਾ ਸਾਹਿਬ ਦੇ ਬੇਟੀ
ਉਹ ਮੇਰੇ ਮਾਸੀ ਲੱਗਦੇ ਆ, ਜਾਇਆ ਮਾਸੀ। ਸੋ ਮੈਨੂੰ ਨਹੀਂ ਲੱਗਦਾ ਮੈਂ ਅੱਜ ਤੱਕ ਆਪਣੀ ਜ਼ਿੰਦਗੀ 'ਚ ਉਹਨਾਂ ਨਾਲ ਕੋਈ ਸਿਆਸੀ ਗੱਲ ਕੀਤੀ ਹੈ। ਹਾਂਜੀ ਹਾਂਜੀ, ਪਰਿਵਾਰਕ ਤੌਰ ਤੇ ਵਿਚਰਦੇ ਹੋ? ਪਰਿਵਾਰਕ ਤੌਰ ਤੇ ਹਾਂਜੀ। ਔਰ ਇਹ ਮਿਲਣੀਆਂ ਅਕਸਰ ਹੁੰਦੀਆਂ ਰਹਿੰਦੀਆਂ? ਹਾਂਜੀ ਹਾਂਜੀ, ਕਿਉਂਕਿ ਉਹਨਾਂ ਦੇ ਮੇਰੇ ਨਾਨੀ ਜੀ ਦੇ ਰੀਅਲ ਸਿਸਟਰ ਹੈਗੇ ਨਾ ਮਹਾਰਾਣੀ ਸਾਹਿਬ ਜੀ। ਤੇ ਪਰਿਵਾਰਕ ਤੌਰ ਤੇ ਅਸੀਂ ਸਾਰੇ ਮਹਾਰਾਣੀ ਸਾਹਿਬ ਤੇ ਮੇਰੇ ਜਿਹੜੇ ਕਜ਼ਨਸ ਹੈਗੇ ਆ, ਮੇਰੇ ਮਾਸੀ ਹੈਗੇ ਆ, ਸਾਡਾ ਪਰਿਵਾਰ ਬਹੁਤ ਸਟਰੋਂਗ ਪਰਿਵਾਰ ਹੈਗਾ ਤੇ ਸਾਡੇ ਕੋਈ ਸਿਆਸੀ ਡਿਫਰੈਂਸਿਸ ਪਰਿਵਾਰ 'ਚ ਨਹੀਂ ਆਏ ਅੱਜ ਤੱਕ। ਤਾਂ ਉਹ ਜਿਹੜੀਆਂ ਕੋਈ ਪੋਲੀਟੀਕਲ ਗੱਲਾਂ ਜਾਂ ਬਿਆਨਬਾਜ਼ੀਆਂ ਹੋ ਜਾਂਦੀਆਂ, ਕੈਪਟਨ ਸਾਹਿਬ ਦੀ ਸਰਕਾਰ ਵੀ ਰਹੀ ਹੈ, ਉਹ ਫੈਮਿਲੀ 'ਚ ਰਿਫਲੈਕਟ ਨਹੀਂ ਕਰਦੀਆਂ ਫਿਰ? ਜਾਂ ਕਦੇ ਉਹਦਾ ਜ਼ਿਕਰ ਨਹੀਂ ਹੋਇਆ ਕਿ ਮਾਨ ਸਾਹਿਬ ਨੇ ਆਹ ਗੱਲ ਕਹਿਤੀ ਅੱਜ? ਅਸੀਂ ਤਾਂ ਇਦਾਂ ਬਿਹੇਵ ਕਰਦੇ ਹਾਂ ਜਿਵੇਂ ਸਾਨੂੰ ਪਤਾ ਹੀ ਨਹੀਂ ਕਿੰਨੇ ਕੀ ਕਿਹਾ ਹੈ ਤੇ ਪਰਿਵਾਰ ਦਾ ਆਪਾਂ ਰਿਸ਼ਤਾ ਟੁੱਟਣ ਨਹੀਂ ਦਿੰਦੇ ਬਿਲਕੁਲ ਵੀ। ਤੁਹਾਡੀ ਆਪਣੀ ਫੈਮਿਲੀ ਬਾਬਾ ਦੀਪ ਸਿੰਘ ਦੇ ਡਿਸੈਂਡੈਂਟਸ ਤੁਸੀਂ ਦੱਸ ਰਹੇ ਸੀਗੇ, ਉਹ ਕਿਵੇਂ ਨੇ? ਮੈਂ ਮੱਕੜ ਸਾਹਿਬ, ਮੈਂ ਨਾ ਮੇਰੇ ਦਾਦਕੇ ਸ਼ਹਜ਼ਾਦਪੁਰ ਦੇ ਹੈਗੇ ਆ। ਸ਼ਹਜ਼ਾਦਪੁਰ ਅੰਬਾਲਾ ਡਿਸਟ੍ਰਿਕਟ 'ਚ ਪੈਂਦਾ ਹੈ, ਹਰਿਆਣੇ 'ਚ। ਤੇ ਬਾਬਾ ਦੀਪ ਸਿੰਘ ਜੀ ਦੇ ਕੋਈ ਪੁੱਤਰ ਤੇ ਉਹਨਾਂ ਦੇ ਕੋਈ ਵਾਰਿਸ ਨਹੀਂ ਸੀਗੇ। ਉਹਨਾਂ ਦੇ ਬ੍ਰਦਰ ਸੀਗੇ ਬਾਬਾ ਕਰਮ ਸਿੰਘ ਜੀ। ਜੀ, ਆਪਾਂ ਉਹਨਾਂ ਦੇ ਡਾਇਰੈਕਟ ਡਿਸੈਂਡੈਂਟਸ ਹੈਗੇ। ਉਹਨਾਂ ਦੀ ਸਮਾਧ ਵੀ ਸਾਡੇ ਕਿਲੇ 'ਚ ਹੈਗੀ ਹੈ ਸ਼ਹਜ਼ਾਦਪੁਰ। ਕਦੀ ਤੁਸੀਂ ਉੱਥੇ ਆਇਓ। ਤੁਹਾਡੇ ਗ੍ਰੇਟ ਗ੍ਰੈਂਡਫਾਦਰ ਹਾਂਜੀ ਬਾਬਾ ਕਰਮ ਸਿੰਘ ਸੀ? ਹਾਂਜੀ ਹਾਂਜੀ। ਤੇ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਤੇ ਟਕਸਾਲ ਵੀ ਮੇਰੇ ਦਾਦਾ ਜੀ ਦੇ ਫਾਦਰ ਦੀ ਸਾਂਬਰੇਕ 'ਚ ਸੇਵਾ 'ਚ ਸੀਗੀ। ਉਸ ਟਾਈਮ ਤੇ ਜਦੋਂ ਅਕਾਲੀ ਲਹਿਰ ਚੱਲੀ ਸੀਗੀ, ਫਿਰ ਅਸੀਂ SGPC ਨੂੰ ਇਹ ਸੇਵਾ ਭੇਟ ਕਰਤੀ ਸੀ। ਅੱਛਾ, ਫਿਰ ਉਦੋਂ ਤੁਸੀਂ ਦਿੱਤੀ? ਉਦੋਂ ਤੱਕ ਤੁਹਾਡਾ ਪਰਿਵਾਰ ਸਾਂਭ ਸੰਭਾਲ ਤਖਤ ਸਾਹਿਬ ਦੀ ਉੱਥੇ ਤੁਸੀਂ ਕਰਦੇ ਰਹੇ ਹੋ ਪਰਿਵਾਰ? ਬਿਲਕੁਲ ਜੀ, ਹਾਂਜੀ। ਹੁਣ ਵਾਲੇ ਇਲੈਕਸ਼ਨ ਦਾ ਕੀ ਲੱਗਦਾ? ਅਮਰਗੜ੍ਹ ਕਿੰਨਾ ਡਿਫਰੈਂਟ ਐਕਸਪੀਰੀਅੰਸ ਸੀ, ਹੁਣ ਕੀ ਡਿਫਰੈਂਸ ਲੱਗ ਰਿਹਾ ਤੁਹਾਨੂੰ? ਮੈਨੂੰ ਡਿਫਰੈਂਸ ਇਹ ਲੱਗ ਰਿਹਾ, ਆਰਗੇਨਾਈਜੇਸ਼ਨ ਸਾਡੀ ਪਾਰਟੀ 'ਚ ਹੁਣ ਬਹੁਤ ਸਟਰੈਂਥਨ ਹੋ ਗਈ, ਸਟਰੋਂਗ ਹੋਈ ਹੈ ਪਹਿਲਾਂ ਨਾਲੋਂ। ਹੁਣ ਸਾਰੀ ਪਾਰਟੀਆਂ ਭੰਬਲ ਭੂਸੇ 'ਚ ਹੈਗੀਆਂ ਕਿ ਮਾਨ ਨੇ ਇਹ 20-25 ਦਿਨਾਂ 'ਚ ਕਿਹੋ ਜਿਹਾ ਕੈਂਪੇਨ ਕੀਤਾ ਕੀ ਹੈ ਜਿਹਦੇ ਨਾਲ ਲੋਕ ਇੰਨੇ ਉੱਠ ਖੜ ਗਏ ਹੈਗੇ। ਕਿਉਂਕਿ ਦੇਖੋ ਇਹ ਬਹੁਤ ਵੱਡਾ ਇਲਾਕਾ ਹੈਗਾ, 9 ਵਿਧਾਨ ਸਭਾ ਇਹਦੇ 'ਚ ਕੰਸਟੀਟੂਐਂਸੀ ਹੈਗੀਆਂ, ਤਕਰੀਬਨ ਮੇਰੇ ਖਿਆਲ 800 ਪਿੰਡ ਹੈਗੇ ਆ ਤੇ ਵੱਡੇ ਵੱਡੇ ਸ਼ਹਿਰ ਹੈਗੇ ਆ, ਸੰਗਰੂਰ, ਭਵਾਨੀਗੜ੍ਹ, ਬਰਨਾਲਾ, ਸੁਨਾਮ, ਲਹਿਰਾ, ਖਨੌਰੀ, ਬਹੁਤ ਵੱਡੇ ਵੱਡੇ ਸ਼ਹਿਰ ਵੀ ਹੈਗੇ ਆ। ਸੋ ਇਹਦੇ 'ਚ ਅਸੀਂ ਉਹੀ ਸਟ੍ਰੈਟਜੀ ਨਾਲ ਤੇ ਉਹੀ ਕੈਂਪੇਨ ਪਲਾਨ ਨਾਲ ਅਮਰਗੜ੍ਹ ਵਾਲੇ ਨਾਲ ਚੱਲੇ ਹੈਗੇ ਆ। ਅਮਰਗੜ੍ਹ 'ਚ ਬਸ ਇਹ ਸੀਗਾ, ਜਿਹੜੀ ਅਖੌਤੀ ਪਾਰਟੀਆਂ ਹੈਗੀਆਂ, ਕਾਂਗਰਸ, ਅਕਾਲੀ ਦਲ, ਇਹਨਾਂ ਪਾਰਟੀਆਂ ਨਾਲ ਲੋਕ ਇੰਨੇ ਅੱਕ ਚੁੱਕੇ ਸੀਗੇ ਕਿ ਉਹਨਾਂ ਨੂੰ ਕਿਸੇ ਨੇ ਆਪ ਦਾ ਮਤ ਦਾ ਦਾਨ ਕੀਤਾ ਹੀ ਨਹੀਂ। ਸੋ ਅਸੀਂ ਇਹ ਸੋਚ ਕੇ ਚੱਲੇ ਸੀਗੇ ਉਸ ਇਲੈਕਸ਼ਨ 'ਚ ਕਿ ਇਹ 4 ਕੋਨਿਆਂ 'ਚ ਵੋਟ ਜਾਊਗੀ। ਉਹ ਇਸ ਇਲੈਕਸ਼ਨ 'ਚ, ਉਹ ਅਮਰਗੜ੍ਹ ਦੇ ਇਲੈਕਸ਼ਨ 'ਚ ਹੋਇਆ ਨਹੀਂ। ਕਾਂਗਰਸ, ਹੁਣ ਮੈਂ ਤੁਹਾਨੂੰ ਦੱਸਦਾ, ਜਿਹੜੀ ਅਹਿਮਦਗੜ੍ਹ ਮੰਡੀ ਹੈ ਇੱਥੇ ਅਮਰਗੜ੍ਹ 'ਚ, ਉਹ ਇੱਕ ਹਿੰਦੂ ਡੋਮੀਨੇਟਡ ਮੰਡੀ ਹੈਗੀ ਹੈ, ਠੀਕ ਹੈ ਜੀ। ਤੇ ਉੱਥੇ ਸਾਡੇ ਸਿੱਖ ਵੀ ਰਹਿੰਦੇ ਹੈਗੇ ਆ ਤੇ ਉਸ ਮੰਡੀ 'ਚ ਪ੍ਰਧਾਨ ਵੀ ਕਾਂਗਰਸ ਦੇ ਰਹੇ ਹੈਗੇ ਆ ਤੇ ਮਾਨ ਸਾਹਿਬ ਉੱਥੇ 51,000 ਵੋਟਾਂ ਤੋਂ ਜਿੱਤੇ ਸੀ। ਬਿਲਕੁਲ। ਤੇ ਉੱਥੇ MCs ਵੀ ਸਾਰੇ ਕਾਂਗਰਸ ਦੇ ਹੈਗੇ ਆ। ਮੇਰੇ ਖਿਆਲ 16,000 ਵੋਟ ਪੋਲ ਹੋਈ ਸੀਗੀ ਮੰਡੀ 'ਚ, ਜਿਹਦੇ ਵਿੱਚੋਂ BJP ਨੂੰ 132 ਜਾਂ 134 ਵੋਟਾਂ ਪਈਆਂ ਸੀਗੀਆਂ 16,000 ਵੋਟਾਂ ਵਿੱਚੋਂ। ਫਿਰ ਕਾਂਗਰਸ ਨੂੰ ਉੱਥੇ 1600, 1400 ਜਾਂ 1600 ਵੋਟ ਪਈ ਸੀ। ਸਾਨੂੰ ਉੱਥੇ 3400 ਵੋਟ ਪਈ ਸੀਗੀ। ਅਕਾਲੀ ਦਲ ਨੂੰ ਉੱਥੋਂ 4200 ਪਈ ਸੀਗੀ ਤੇ ਉਹ ਆਮ ਪਾਰਟੀ ਨੂੰ 9500 ਪਲੱਸ ਪਈ ਸੀਗੀ। ਹੁਣ ਇਹੀ ਏਰੀਆ ਅਸੀਂ ਵੀਕ ਸਮਝਦੇ ਸੀਗੇ, ਜਿਹੜਾ ਉਹ ਅਹਿਮਦਗੜ੍ਹ ਮੰਡੀ ਸੀਗੀ, ਪਰ ਅਸੀਂ ਕਾਂਗਰਸ ਨੂੰ ਵੀ ਆਊਟਡੂ ਕਰਤਾ। ਆਪਾਂ BJP ਨੂੰ ਤਾਂ ਮੇਰੇ ਖਿਆਲ ਆਪਾਂ 30 ਟਾਈਮਸ ਆਊਟਡੂ ਕਰਤਾ। ਤੇ ਇਸ ਇਲੈਕਸ਼ਨ 'ਚ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੇ ਲੋਕਾਂ ਨੇ ਅਖੌਤੀ ਪਾਰਟੀਆਂ ਛੱਡ ਕੇ ਆਮ ਪਾਰਟੀ ਨੂੰ ਚੁਣਿਆ ਸੀਗਾ, ਉਹ ਸਾਰੇ ਅਖੌਤੀ ਜਿਹੜੇ ਸਾਡੇ ਵੋਟਰਸ ਹੈਗੇ ਆ, ਵਾਪਸ ਆਪਦੀਆਂ ਪਾਰਟੀਜ਼ ਨੂੰ ਇਲੈਕਟ ਕਰਨਗੇ। ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਇਹ ਕੋਈ ਬਦਲਾਅ ਤਾਂ ਹੈਗਾ ਨਹੀਂ, ਇਹ ਵੀ ਇੱਕ ਨਵਾਂ ਬ੍ਰਾਂਡ ਹੀ ਹੈਗਾ, ਰਵਾਇਤੀ ਪਾਰਟੀ ਹੈਗੀ ਹੈ ਤੇ ਇੱਕ ਨਵਾਂ ਬ੍ਰਾਂਡ ਪੇਸ਼ ਹੋ ਕੇ ਲੋਕਾਂ 'ਚ ਆ ਕੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ। ਸੁਖਬੀਰ ਜੀ ਆਏ ਆ ਜਿਸ ਦਿਨ ਘਰ, ਉਹ ਕਿਵੇਂ ਪਲਾਨ ਬਣਿਆ? ਕਿ ਪਹਿਲਾਂ ਗੱਲ ਹੋਈ, ਫੋਨ ਆਇਆ ਤੁਹਾਨੂੰ? ਹਾਂਜੀ, ਮੈਨੂੰ ਆਇਆ ਸੀਗਾ ਫੋਨ। ਇਹ ਪਹੁੰਚੇ ਸੀਗੇ ਚੰਨੋ,
ਤੇ ਮੈਨੂੰ ਇੱਕ ਐਸਪੀ ਸਾਹਿਬ ਦਾ ਫੋਨ ਆਇਆ ਸੀਗਾ ਤੇ ਮੈਨੂੰ ਕਹਿੰਦੇ ਕਿ ਸੁਖਬੀਰ ਜੀ ਆ ਰਹੇ ਨੇ ਜੀ ਤੇ ਮਾਨ ਸਾਹਿਬ ਨੂੰ ਮਿਲਣਾ ਚਾਹੁੰਦੇ ਆ। ਤੇ ਫਿਰ ਮੈਂ ਆਪਣੇ ਨਾਨਾ ਜੀ ਨੂੰ ਪੁੱਛਿਆ, ਨਾਨਾ ਜੀ ਨੇ ਮੈਨੂੰ ਕਿਹਾ ਹਾਂ ਬੇਬੀ ਮੈਨੂੰ ਪਤਾ ਲੱਗਿਆ। ਤੇ ਕਹਿੰਦੇ ਕਿ ਜੇ ਕੋਈ ਤੁਹਾਡੇ ਘਰ ਆ ਰਿਹਾ ਹੋਵੇ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਇਹ ਸਾਡੇ ਪਰਿਵਾਰ ਦੇ ਸਿਸਟਮ ਤੋਂ ਜਾਂ ਸਾਡੇ ਪਰਿਵਾਰ ਦੇ ਲਿਹਾਜ਼ ਤੋਂ ਬਾਹਰ ਹੈ। ਸੋ ਤੁਸੀਂ ਜਾ ਕੇ ਬਿਸਕਿਟਸ ਵਗੈਰਾ ਤੇ ਚਾਹ ਪਾਣੀ ਦਾ ਸਾਰਾ ਅਰੇਂਜਮੈਂਟ ਕਰ ਲਓ ਤੇ ਉਹਨਾਂ ਨੂੰ ਦੱਸ ਦਿਓ ਕਿ ਇੱਥੇ ਸਾਡੀ ਰਿਹਾਇਸ਼ ਹੈਗੀ ਆ। ਫਿਰ ਕੀ ਗੱਲਬਾਤ ਕੀ ਹੋਈ ਅੰਦਰ? ਗੱਲਬਾਤ ਕੁਛ ਨਹੀਂ, ਮੈਂ ਸੁਖਬੀਰ ਜੀ ਨੇ ਕਿਹਾ ਕਿ ਇਲੈਕਸ਼ਨ ਨਾ ਲੜੋ। ਸੁਖਬੀਰ ਜੀ ਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਸਿਆਸਤ ਬਾਰੇ। ਸੁਖਬੀਰ ਜੀ ਇੱਕ ਪਾਸੇ ਬੈਠੇ ਸੀਗੇ ਜੀ ਤੇ ਚੰਦੂ ਮਾਜਰਾ ਸਾਹਿਬ ਇੱਕ ਪਾਸੇ ਸੀਗੇ, ਭੁੰਡਰ ਸਾਹਿਬ ਅੱਗੇ ਸੀਗੇ ਤੇ ਐਸਜੀਪੀਸੀ ਦੇ ਪ੍ਰਧਾਨ ਜੀ ਧਾਮੀ ਸਾਹਿਬ ਅੱਗੇ ਸੀਗੇ। ਧਾਮੀ ਸਾਹਿਬ ਨੇ ਆਪਣੀ ਕੁਰਸੀ ਅੱਗੇ ਖਿੱਚੀ ਤੇ ਕਹਿੰਦੇ ਕਿ ਮਾਨ ਸਾਹਿਬ ਮੈਂ ਤੁਹਾਡੇ ਲਈ ਮੈਂ ਇਸ ਬੰਦੀ ਸਿੰਘਾਂ ਦੀ ਕਮੇਟੀ ਦਾ ਮੈਂ ਵਕੀਲ ਬਣ ਕੇ ਤੁਹਾਡੇ ਅੱਗੇ ਪੇਸ਼ ਹੋ ਰਿਹਾ। ਤੁਸੀਂ ਕੌਮ ਦੀ ਬਹੁਤ ਸਿਰਮਾਈ ਹੋਈ ਸ਼ਖਸੀਅਤ ਹੈਗੇ ਹੋ ਤੇ ਬੰਦੀ ਸਿੰਘਾਂ ਦੇ ਮਸਲੇ ਤੇ ਮੈਂ ਇੱਕ ਵਕੀਲ ਬਣ ਕੇ ਤੁਹਾਡੇ ਅੱਗੇ ਪੇਸ਼ ਹੋ ਰਿਹਾ ਤੇ ਵਕੀਲ ਹੋਣ ਦੇ ਨਾਤੇ ਅਸੀਂ ਤੁਹਾਡੇ ਲਈ ਪ੍ਰਪੋਜ਼ਲ ਲੈ ਕੇ ਆਏ ਹਾਂ ਕਿ ਤੁਸੀਂ ਇਸ ਇਲੈਕਸ਼ਨ 'ਚ ਨਾ ਖੜੋ। ਉਹ ਅਗਲੇ ਦਿਨ ਅਸੀਂ ਨੋਮੀਨੇਸ਼ਨ ਪੇਪਰਸ ਫਾਈਲ ਕਰਨੇ ਸੀਗੇ ਤੇ ਫਿਰ ਉਹਨਾਂ ਨੇ ਇੱਦਾਂ ਹੀ ਗੋਲਮੋਲ ਕਰਕੇ ਇਹੀ ਗੱਲਾਂ ਕੀਤੀਆਂ ਪ੍ਰਧਾਨ ਜੀ ਨੇ ਕਿ ਨਾ ਖੜੋ। ਤੇ ਫਿਰ ਪ੍ਰਧਾਨ ਸਾਹਿਬ ਨੇ ਬਹੁਤ ਧਿਆਨ ਨਾਲ ਵਿਸਤਾਰ ਨਾਲ ਉਹਨਾਂ ਦੀ ਸਾਰੀ ਗੱਲਾਂ ਸੁਣੀਆਂ ਤੇ ਉਹਨਾਂ ਨੇ ਆਖਿਆ ਉਹਨਾਂ ਨੂੰ ਕਿ ਕਹਿੰਦੇ ਪ੍ਰਧਾਨ ਜੀ ਤੁਹਾਡੀ ਗੱਲ ਤਾਂ ਬਹੁਤ ਵਧੀਆ ਕਿ ਤੁਸੀਂ ਹੁਣ ਪੰਥ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਰਹੇ ਹੋ, ਪਰ ਤੁਸੀਂ ਮੈਨੂੰ ਦੱਸੋ ਕਿ ਰੱਜੋਆਣਾ ਸਾਹਿਬ ਦੀ ਭੈਣ ਜੀ ਹੈਗੇ ਹੈ ਤੇ ਉਹ ਉਹਨਾਂ ਦੇ ਬਲੱਡ ਰਿਲੇਟਿਵ ਵੀ ਨਹੀਂ ਹੈਗੇ, ਉਹਨਾਂ ਦੀ ਅਸਲੀ ਭੈਣ ਵੀ ਨਹੀਂ ਹੈਗੇ ਤੇ ਉਹਨਾਂ ਨੂੰ ਪਾਰਲੀਮੈਂਟ ਭੇਜ ਕੇ ਰੱਜੋਆਣਾ ਸਾਹਿਬ ਦੀ ਜਾਂ ਹੋਰ ਕਿਸੇ ਬੰਦੀ ਦੀ ਰਿਹਾਈ ਕਿਵੇਂ ਹੋ ਸਕਦੀ ਹੈ? ਤੇ ਫਿਰ ਉਹ ਬੰਦਲਾ ਗਏ, ਕਹਿੰਦੇ ਕਿ ਜਿਵੇਂ ਜਦੋਂ ਤੁਸੀਂ ਚੁਣੇ ਗਏ ਸੀਗੇ ਜੀ ਬਹੁਤ ਵੱਡੀ ਬਹੁਮਤ ਨਾਲ, ਅਸੀਂ ਸਾਰੇ ਇਕੱਠੇ ਹੋਏ ਸੀਗੇ ਤੇ ਤੁਸੀਂ ਜੇਲ੍ਹ 'ਚ ਬੈਠੇ ਸੀਗੇ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਖਿਆਲ ਮੇਰਾ ਸਵਾਲ ਸਮਝੇ ਨਹੀਂ। ਫਿਰ ਉਹਨੇ 'ਚ ਭੁੰਡਰ ਸਾਹਿਬ ਕਹਿੰਦੇ ਕਿ ਧਾਮੀ ਸਾਹਿਬ ਤੁਸੀਂ ਗੱਲ ਹੋਰ ਹੀ ਪਾਸੇ ਲੈ ਕੇ ਜਾ ਰਹੇ ਹੋ, ਤੁਸੀਂ ਸਿੱਧੀ ਗੱਲ ਕਰੋ, ਨਹੀਂ ਆਪਾਂ ਤਾਂ ਇੱਥੇ ਮਾਨ ਸਾਹਿਬ ਨੂੰ ਸਪੋਰਟ ਕਰਨ ਆਏ ਹਾਂ। ਤੇ ਫਿਰ ਪ੍ਰਧਾਨ ਜੀ ਫਿਰ ਕਹਿਣ ਲੱਗ ਪਏ, ਕਹਿੰਦੇ ਕਿ ਨਹੀਂ ਫਿਰ ਮਾਨ ਸਾਹਿਬ ਤੁਸੀਂ ਦੱਸੋ ਕਿ ਕੋਈ ਵੀ ਬੰਦੀ ਪਰਿਵਾਰ ਦੱਸ ਦਿਓ ਜਿਨ੍ਹਾਂ ਨੂੰ ਆਪਾਂ ਅੱਗੇ ਲੈ ਕੇ ਆਈਏ। ਫਿਰ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹਨਾਂ ਚੀਜ਼ਾਂ 'ਚ ਤਾਂ ਤੁਸੀਂ ਹੁਸ਼ਿਆਰ ਹੈਗੇ ਹੋ, ਤੁਸੀਂ ਐਸਜੀਪੀਸੀ ਨੂੰ ਦੀ ਸਾਂਭਰੇਖ ਵੀ ਕਰ ਰਹੇ ਹੋ, ਤੁਸੀਂ ਚੈੱਕ ਕਰੋ ਲਿਸਟ ਤੇ ਕੋਈ ਪਰਿਵਾਰ ਸਾਨੂੰ ਸੁਜੈਸਟ ਕਰੋ ਤੇ ਆਪਾਂ ਪਾਰਟੀ 'ਚ ਇਹਦੀ ਸਲਾਹ ਕਰਕੇ ਸਾਰੀ ਪਾਰਟੀ ਨਾਲ, ਕਿਉਂਕਿ ਮੈਨੂੰ ਪਾਰਟੀ ਨੇ ਖੜਾ ਕੀਤਾ, ਮੈਂ ਆਪ ਤਾਂ ਨਹੀਂ ਖੜਾ ਹੋਇਆ, ਤੇ ਸਲਾਹ ਕਰਕੇ ਅਸੀਂ ਤੁਹਾਨੂੰ ਦੱਸ ਦਾਂਗੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਥੋੜ੍ਹਾ ਹੋਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਕਿ ਸਾਰੇ ਸਿੱਖ ਜਥੇਬੰਦੀ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਹੈਗੀਆਂ ਉਹ ਸਾਰੀ ਜਥੇਬੰਦੀਆਂ ਚਾਹੁੰਦੀਆਂ ਕਿ ਮਾਨ ਸਾਹਿਬ ਤੁਸੀਂ ਉਤਰ ਜਾਓ, ਬਸ ਤੁਸੀਂ ਨਾ ਲੜੋ। ਇਹ ਕਿਹਨੇ ਕਿਹਾ? ਇਹ ਕਿਹਾ ਪ੍ਰਧਾਨ ਐਸਜੀਪੀਸੀ ਨੇ, ਧਾਮੀ ਸਾਹਿਬ ਨੇ। ਤੇ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਕਿਹਾ ਕਿ ਪ੍ਰਧਾਨ ਸਾਹਿਬ ਤੁਸੀਂ ਤਾਂ ਬਹੁਤ ਵਾਈਜ਼ ਹੋ, ਤੁਸੀਂ ਦੱਸੋ ਮੈਨੂੰ 2-3 ਇਹੋ ਜਿਹੀਆਂ ਜਥੇਬੰਦੀਆਂ ਦਾ ਨਾਮ ਦੱਸੋ ਜਿਹੜੇ ਚਾਹੁੰਦੇ ਕਿ ਮੈਂ ਨਾ ਲੜਾਂ ਧੂਮਾ ਸਾਹਿਬ ਨੂੰ ਛੱਡ ਕੇ, ਕਿਉਂਕਿ ਧੂਮਾ ਸਾਹਿਬ ਤਾਂ ਉਹਨਾਂ ਦਾ ਆਪ ਦਾ ਹੈਗਾ। ਤੇ ਫਿਰ ਉਹਨਾਂ ਕੋਲੇ ਕੋਈ ਨਾਮ ਨਹੀਂ ਸੀਗੇ, ਝੂਠ ਮਾਰੀ ਜਾ ਰਹੇ ਸੀਗੇ, ਉਹ ਆਪ ਦਾ ਕੋਈ ਸਟੰਟ ਖੇਡਣ ਨੂੰ ਆਏ ਸੀਗੇ। ਸਾਨੂੰ ਇਹਨਾਂ ਦੇ ਵਿੱਚ ਰਹਿੰਦੇ ਹੋਏ ਲੋਕਾਂ ਨੇ ਵਾਰਨ ਕੀਤਾ ਸੀਗਾ ਕਿ ਇਹ ਆਪ ਤਾਂ ਕੋਈ ਸਟੰਟ ਖੇਡਣ ਆ ਰਹੇ ਹੈ, ਤੁਸੀਂ ਜੇ ਇਹਨੂੰ ਡਿਲੇ ਕਰ ਦਿਓ ਜਾਂ ਇੱਦਾਂ ਕਰ ਦਿਓ ਉੱਦਾਂ ਕਰ ਦਿਓ ਤੇ ਇਹਨੂੰ ਲਮਕਾ ਦਿਓ ਤੇ ਬੈਟਰ ਰਹੂਗਾ, ਇਹ ਤੁਹਾਡਾ ਨੁਕਸਾਨ ਕਰਨ ਆ ਰਿਹਾ। ਤੇ ਬਸ ਫਿਰ ਉਸ ਤੋਂ ਬਾਅਦ ਦੇ ਵਿੱਚ ਵੀ ਅਪੀਲ ਕੀਤੀ, ਰਾਜੋਆਣਾ ਦੀ ਭੈਣ ਇਲੈਕਸ਼ਨ ਲੜ ਰਹੇ, ਉਹਨਾਂ ਨੇ ਵੀ ਅਪੀਲ ਕੀਤੀ ਕਿ ਮਾਨ ਸਾਹਿਬ ਤੁਸੀਂ ਹਾਲੇ ਵੀ ਸੁਣ ਲਓ ਗੱਲ ਬੰਦੀ ਸਿੰਘਾਂ ਦੇ ਖਾਤਰ। ਤਾਂ ਮਾਨ ਸਾਹਿਬ ਦਾ ਬੰਦੀ ਸਿੰਘਾਂ ਨੂੰ ਲੈ ਕੇ ਕੀ ਓਪੀਨੀਅਨ ਹੈ? ਮਾਨ ਸਾਹਿਬ ਤਾਂ ਬੰਦੀ ਸਿੰਘਾਂ ਲਈ ਪਿਛਲੇ ਮੱਕੜ ਸਾਹਿਬ 20-25 ਸਾਲਾਂ ਤੋਂ ਲੜਦੇ ਆ ਰਹੇ ਆ, ਉਹ ਤਾਂ ਆਪ ਬੰਦੀ ਸਿੰਘ ਹੈਗੇ। ਉਹਨਾਂ ਨੇ ਤਾਂ ਕਿਹਾ ਵੀ ਸੀ ਮੀਟਿੰਗ 'ਚ, ਕਹਿੰਦੇ ਕਿ ਧਾਮੀ ਸਾਹਿਬ ਜਿਹੜੇ ਮੇਰੇ ਨਾਲ ਬੈਠੇ ਨੇ ਤੁਹਾਡੇ ਵਜ਼ੀਰ ਰਹੇ ਨੇ ਸੁਖਬੀਰ ਸਿੰਘ ਜੀ,
ਇਹਨਾਂ ਨੇ ਮੈਨੂੰ 3 ਸਾਲ ਬੰਦੀ ਆਪ ਦੀ ਸਰਕਾਰ 'ਚ ਬਣਾ ਰੱਖਿਆ, ਤੇ ਮੇਰੇ 'ਚ ਕੀ ਘਾਟ ਹੈਗੀ ਹੈ? ਤੁਸੀਂ ਮੈਨੂੰ ਕਿਉਂ ਥੱਲੇ ਖਿੱਚਣ ਆਏ ਹੋ? ਤੇ ਬੰਦੀ ਸਿੰਘਾਂ ਦੀ ਲੜਾਈ ਤਾਂ ਬੜੀ ਦੇਰ ਦੇ ਅਸੀਂ ਲੜਦੇ ਆ ਰਹੇ ਹਾਂ ਮੱਕੜ ਸਾਹਿਬ। ਤੁਹਾਨੂੰ ਪਤਾ ਹੋਣਾ ਇੱਥੇ ਗੁਰਦਾਸਪੁਰ 'ਚ ਜਦੋਂ ਰਜੂਆਣਾ ਸਾਹਿਬ ਦੀ ਫਾਂਸੀ ਕਰਨ ਲੱਗੀ ਸੀਗੀ ਸਰਕਾਰ, ਤੇ ਸਾਡੀ ਪਾਰਟੀ ਨੇ ਸਾਰੇ ਸਟੇਟ 'ਚ, ਸਾਰੇ ਸੂਬੇ 'ਚ ਇਹਦਾ ਧਰਨਾ ਪ੍ਰਦਰਸ਼ਨ ਕੀਤਾ ਸੀਗਾ ਕਿ ਫਾਂਸੀ ਦੀ ਸਜ਼ਾ ਨਹੀਂ ਬਣਦੀ, ਤੇ ਉਹਨੂੰ ਰੱਦ ਵੀ ਕਰਵਾਇਆ ਸੀਗਾ, ਉਹਨੂੰ ਸਟੇ ਕਰਤੀ ਸੀਗੀ ਉਹਨਾਂ ਦੀ ਫਾਂਸੀ। ਤੇ ਉਸ ਦੇ ਦੌਰਾਨ ਗੋਲੀਆਂ ਚੱਲੀਆਂ ਸੀਗੀਆਂ ਗੁਰਦਾਸਪੁਰ 'ਚ, ਤੇ ਸਾਡੇ ਜਥੇਦਾਰ ਸਾਹਿਬ ਵੀ ਉੱਥੇ ਸ਼ਹੀਦ ਹੋਏ ਸੀਗੇ। ਪ੍ਰਧਾਨ ਸਾਹਿਬ ਨੇ 3 ਮਹੀਨੇ ਜੇਲ੍ਹ ਕੱਟੀ ਹੈ ਰਜੂਆਣਾ ਸਾਹਿਬ ਨੂੰ ਫਾਂਸੀ ਤੋਂ ਬਚਾਉਣ ਵਾਸਤੇ। ਮੈਨੂੰ ਪਤਾ ਨਹੀਂ ਇਹਨਾਂ ਨੇ, ਦੇਖੋ ਇਹ ਐਕਸਪਰਟਸ ਨੇ ਵੀਲਿੰਗ ਡੀਲਿੰਗ 'ਚ, ਇਹ ਐਕਸਪਰਟਸ ਨੇ ਕਿ ਕਿਵੇਂ ਨਾ ਕਿਵੇਂ ਜੋੜ ਤੋੜ 'ਚ, ਕਿ ਉਹਨੂੰ ਤੋੜ ਕੇ ਇੱਥੇ ਲਿਆਓ, ਇਹਨੂੰ ਲਿਆਓ। ਇਹਨਾਂ ਦੀ ਸਿਆਸਤ ਲੋਕਾਂ ਦੀ ਜ਼ਿੰਦਗੀਆਂ ਇੱਕ ਪਜ਼ਲ ਵਰਗੀ ਹੈਗੀਆਂ ਕਿ ਇੱਥੇ ਆਹ ਫਿੱਟ ਕਰ ਦਿਓ, ਉੱਥੇ ਆਹ ਫਿੱਟ ਕਰ ਦਿਓ, ਇਹਨੂੰ ਇੱਥੇ ਫਿੱਟ ਕਰਕੇ ਸਾਨੂੰ ਆਹ ਫਾਇਦਾ ਮਿਲ ਜਾਣਾ, ਇਹਨੂੰ ਹਟਾ ਕੇ ਇਹ ਨੁਕਸਾਨ ਹੋ ਜਾਊਗਾ। ਇਸ ਤਰੀਕੇ ਨਾਲ ਲੋਕਾਂ ਦੀ ਜ਼ਿੰਦਗੀਆਂ ਨਾਲ ਇਹ ਖੇਡਦੇ ਨੇ। ਜਿਹੜੀ ਕਮੇਟੀ ਆਈ ਸੀਗੀ ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਵਾਸਤੇ, ਤੇ ਇਹਨਾਂ ਨੂੰ ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਕਿਉਂਕਿ ਦੇਖੋ ਇਹ ਲੋਕ ਉਹ ਲੋਕ ਨੇ ਜਿਨ੍ਹਾਂ ਕਰਕੇ ਸਾਡੇ ਇਹ ਜਿਹੜੇ ਸਿੰਘ ਪਰਿਵਾਰ ਹੈਗੇ ਆ, ਬੰਦੀ ਹੈਗੇ ਆ ਅੱਜ। ਇਹਨਾਂ ਨੇ ਹੀ ਤਾਂ ਇਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੈਗਾ। ਇਹਨਾਂ ਨੇ ਅੱਜ ਦੀ, ਪਹਿਲਾਂ ਇਹ ਬੰਦੀ ਸਿੰਘ ਸੀਗੇ ਜਿਨ੍ਹਾਂ ਤੋਂ ਇਹ ਬਾਦਲ ਪਾਰਟੀ ਨੇ ਤੇ ਸੈਂਟਰ ਨੇ ਰਲ ਕੇ ਇਹਨਾਂ ਦੀ ਜ਼ਿੰਦਗੀਆਂ ਹਰਾਮ ਕੀਤੀਆਂ। ਹੁਣ ਇਹ ਨੌਜਵਾਨੀ 'ਚ ਵੜਨ ਦੀ ਕੋਸ਼ਿਸ਼ ਕਰ ਰਹੇ, ਕਿਉਂਕਿ ਜਿਹੜੇ ਇਹਨਾਂ ਨਾਲ ਇਹ ਯੰਗ ਗੈਂਗਸਟਰਸ ਤੇ ਇਹ ਜਿਹੜੇ ਯੰਗਸਟਰਸ ਇਹਨਾਂ ਦੇ ਨਾਲ ਸੀਗੇ, ਇਹਨਾਂ ਨੂੰ ਇਲੀਗਲੀ ਵੈਪਨਾਈਜ਼ ਕਰਨਾ, ਇਹਨਾਂ ਨੂੰ ਚੜਾਵਾ ਦੇਣਾ ਕਿ ਯਾਰ ਆਪਣੀ ਸਰਕਾਰ ਹੈ, ਜੋ ਮਰਜ਼ੀ ਕਰਨਾ ਤੁਸੀਂ ਕਰੋ। ਤੇ ਸਿੱਧੂ ਮੂਸੇਵਾਲਾ ਵੀ ਸਪੋਰਟ ਤੇ ਆ ਰਹੇ ਸੀਗੇ, ਜਿਵੇਂ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਮਿਲ ਕੇ ਆਏ ਸੀ ਉਹਨਾਂ ਨੂੰ। ਸਿੱਧੂ ਮੂਸੇਵਾਲਾ ਸਾਹਿਬ 101% ਸਪੋਰਟ ਤੇ ਆ ਰਹੇ ਸੀਗੇ। ਇੱਥੇ ਨਾ ਮੈਂ ਤੁਹਾਨੂੰ ਇੱਥੇ ਗੋਲੂ ਚੀਮਾ ਸਾਹਿਬ ਨੂੰ ਮਿਲਵਾਉਂਗਾ, ਪਹਿਲਵਾਨ ਹੈਗੇ ਆ, ਉਹਨਾਂ ਦਾ ਅਖਾੜਾ ਬੜਾ ਵੱਡਾ ਨਾਮ ਹੈ ਉਹਨਾਂ ਦਾ। ਹਾਂਜੀ ਹਾਂਜੀ। ਮੇਰੀ ਨਾ ਮੱਕੜ ਸਾਹਿਬ, ਮੇਰਾ ਆਪਰੇਸ਼ਨ ਹੋਇਆ ਸੀਗਾ ਤੇ ਮੈਂ ਮਹੀਨੇ ਰੈਸਟ ਤੇ ਸੀਗਾ ਇਸ ਇਲੈਕਸ਼ਨ ਤੋਂ ਪਹਿਲਾਂ ਜੀ। ਤੇ ਮੈਂ ਚੀਮਾ ਸਾਹਿਬ ਨੂੰ ਬੇਨਤੀ ਕੀਤੀ ਸੀਗੀ, ਮੈਂ ਕਿਹਾ ਚੀਮਾ ਸਾਹਿਬ ਜੇ ਤੁਹਾਡੇ ਕੋਲੇ ਟਾਈਮ ਲੱਗਦਾ ਤੁਸੀਂ ਪਲੀਜ਼ ਮਾਨਸੇ ਜਾ ਕੇ ਇੱਕ ਵਾਰੀ ਆਪਾਂ ਮਿਲ ਕੇ ਆਈਏ ਸਿੱਧੂ ਮੂਸੇਵਾਲਾ। ਹਾਂਜੀ, ਤੇ ਥੈਂਕ ਯੂ ਕਹਿ ਦਈਏ ਜਿਹੜਾ ਉਹਨਾਂ ਨੇ ਪ੍ਰਧਾਨ ਸਾਹਿਬ ਤੇ ਬੀਬੀ ਜੀ ਖਾਲੜਾ ਤੇ ਉਹ ਗਾਣਾ ਜਿਹੜਾ ਰਿਲੀਜ਼ ਕੀਤਾ ਸੀਗਾ ਸਕੇਪਗੋਟ। ਹਾਂਜੀ ਹਾਂਜੀ। ਸੋ ਗੋਲੂ ਜੀ ਨੇ ਟਾਈਮ ਲਿੱਤਾ, ਉਹਨਾਂ ਕੋਲੇ ਜਾ ਕੇ ਉਹ ਮਿਲਣ ਗਏ ਸੀਗੇ ਤੇ ਮੇਰੀ ਫੋਨ ਤੇ ਗੱਲ ਕਰਵਾਈ ਸੀਗੀ। ਚੀਮਾ ਸਾਹਿਬ ਗਏ ਮਿਲਣ? ਹਾਂਜੀ, ਗੋਲੂ ਚੀਮਾ ਸਾਹਿਬ, ਮੈਂ ਉਹਨਾਂ ਨੂੰ ਮਿਲਵਾ ਦੂੰਗਾ ਤੁਹਾਨੂੰ ਜੀ। ਤੇ ਉਹ ਕਹਿੰਦੇ ਕਿ ਮੈਂ ਕਿਹਾ ਸਿੱਧੂ ਸਾਹਿਬ ਥੈਂਕ ਯੂ, ਤੁਸੀਂ ਨਾਨਾ ਜੀ ਦੀ ਪਰਸਨੈਲਿਟੀ ਆਪ ਤੇ ਗਾਣੇ ਰਾਹੀਂ ਤੇ ਆਪ ਤੇ ਫੋਲੋਅਰਸ ਰਾਹੀਂ ਕਾਫੀ ਹਾਈਲਾਈਟ ਕਰਤੀ ਹੈ, ਬਹੁਤ ਇਹਦੀ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਹੈ। ਤੇ ਕਹਿੰਦੇ ਨਹੀਂ ਵੀਰੇ, ਮੇਰਾ ਤਾਂ ਇਹ ਫਰਜ਼ ਹੈ, ਇਹ ਤਾਂ ਸਾਡੇ ਸਾਰਿਆਂ ਦਾ ਫਰਜ਼ ਹੈ। ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਆਪਾਂ 2-3 ਹੋਰ ਗੱਲਾਂ ਕੀਤੀਆਂ ਸੀਗੀਆਂ ਤੇ ਫਿਰ ਕਹਿੰਦੇ ਕਿ ਬਸ ਹੁਣ ਤਿਆਰੀ ਕਰ ਲਓ ਖਿੱਚ ਕੇ ਅਮਰਗੜ੍ਹ ਦੀ, ਤੇ ਅਸੀਂ ਸਾਰੇ ਉੱਥੇ ਹਾਜ਼ਰ ਹੋਵਾਂਗੇ। ਮਤਲਬ ਉਹਨਾਂ ਦੀ ਸਪੋਰਟ ਪੱਕੀ ਸੀਗੀ ਤੇ ਇਹੋ ਜਿਹੀਆਂ ਗੱਲਾਂ ਹੋਈਆਂ ਸੀ। ਸੰਗਰੂਰ ਦੀ, ਅਮਰਗੜ੍ਹ ਤੋਂ ਬਾਅਦ ਦੀ ਗੱਲ ਹੈ। ਹਾਂਜੀ, ਸੌਰੀ ਸੰਗਰੂਰ ਦੀ ਇਲੈਕਸ਼ਨ ਦੀ। ਤਾਂ ਫਿਰ ਉਹ ਪ੍ਰਚਾਰ 'ਚ ਵੀ ਆਉਣਾ ਚਾਹੁੰਦੇ ਸੀਗੇ ਮੇਰੇ ਖਿਆਲ। 101% ਆਉਣਾ ਚਾਹੁੰਦੇ ਸੀਗੇ ਜੀ। ਤਾਂ ਤੁਹਾਡੀ ਇਹ ਗੱਲ ਨਹੀਂ ਹੋਈ ਕਿ ਉਹਨਾਂ ਦੀ ਪਾਰਟੀ ਜਾਂ ਕਾਂਗਰਸ ਪਾਰਟੀ ਨੂੰ ਇਹਦੇ ਨਾਲ ਦਿੱਕਤ ਹੋਊਗੀ? ਉਹ ਇਹ ਮੰਨਦਾ ਸੀਗਾ ਕਿ ਕਹਿੰਦਾ ਕਿ ਮੈਂ ਦਿਹਾੜੀ ਥੋੜੀ ਨਾ ਲੈਂਦਾ। ਮਤਲਬ ਉਹਨਾਂ ਨੂੰ ਉਹ ਮੇਰੇ ਖਿਆਲ, ਦੇਖੋ ਸਿਆਸਤ ਮੱਕੜ ਸਾਹਿਬ ਸਭ ਤੋਂ ਗੰਦੀ ਚੀਜ਼ ਹੈ। ਸਿਆਸਤ ਉਹ ਉਹਨਾਂ ਦੀ ਲਾਈਫ ਲਈ ਉਹਨਾਂ ਦਾ ਸਭ ਤੋਂ ਮਾੜਾ ਡਿਸੀਜਨ ਮੇਰੇ ਖਿਆਲ ਰਿਹਾ ਸੀਗਾ ਕਾਂਗਰਸ 'ਚ ਜਾਣਾ, ਕਿਉਂਕਿ ਸਿਆਸੀ ਲੋਕਾਂ ਨਾਲ ਭਰੀ ਹੋਈ ਹੈ ਕਾਂਗਰਸ, ਅਖੌਤੀ ਸਿਆਸਤਦਾਨਾਂ ਨਾਲ। ਐਂਡ ਸਿਆਸਤ ਸਭ ਤੋਂ ਜ਼ਿਆਦਾ ਗੰਦੀ ਚੀਜ਼ ਹੈ। ਉਹ ਜਿਹੜੇ ਬੰਦੇ ਐਜ਼ ਠੱਗਸ ਫੇਲ ਕਰ ਜਾਂਦੇ ਹੈ, ਐਜ਼ ਥੀਵਸ ਫੇਲ ਕਰ ਜਾਂਦੇ ਹੈ, ਐਜ਼ ਜਿਹੜੇ ਚੋਰ ਵੀ ਨਹੀਂ ਰਹਿੰਦੇ ਸੁਸਾਇਟੀ 'ਚ, ਉਹ ਜਾ ਕੇ ਸਿਆਸਤ 'ਚ ਆਉਂਦੇ ਆ। ਬਿਲਕੁਲ। ਪਰ ਸਿਮਰਨਜੀਤ ਸਿੰਘ ਮਾਨ ਦੀ ਸਿਆਸਤ ਪੈਸੇ ਬਣਾਉਣ ਖਾਤਰ ਜਾਂ
ਆਪ ਦਾ ਉਹ ਨਹੀਂ ਤੁਸੀਂ ਆਪ ਇੰਟਰਵਿਊਜ਼ 'ਚ ਦੇਖਿਆ, ਉਹ ਇਹ ਕਦੀ ਨਹੀਂ ਸੋਚਦੇ ਕਿ ਮੇਰੇ ਕਿਹੜੇ ਬਿਆਨ ਨਾਲ ਕਿਹੜੀ ਵੋਟ ਟੁੱਟੂਗੀ, ਕਿਹੜੀ ਵੋਟ ਜੁੜੂਗੀ। ਉਹਨਾਂ ਨੂੰ ਕੋਈ ਫਰਕ ਨਹੀਂ, ਕਿਉਂਕਿ ਉਹਨਾਂ ਦੀ ਸਿਆਸਤ ਸਿਧਾਂਤਾਂ ਤੇ ਹੈਗੀ। ਤੇ ਮੇਰੇ ਖਿਆਲ ਸਿੱਧੂ ਵੀ ਸਿਧਾਂਤਾਂ ਦਾ ਕੱਟੜ ਬੰਦਾ ਸੀ। ਉਹਦੇ ਮਨ 'ਚ, ਉਹਦੇ ਦਿਲ 'ਚ ਸਿਧਾਂਤ ਸੀਗੇ, ਮੋਰਲ ਸੀਗੇ, ਐਥਿਕਸ ਸੀਗੇ, ਜਿਹੜੇ ਉਹਦੇ ਪੇਰੈਂਟਸ ਨੇ ਉਹਨੂੰ ਪਾਸ ਡਾਊਨ ਕੀਤੇ ਹੋਣੇ ਆ ਜਾਂ ਉਹਨੇ ਆਪ ਤੇ ਲਾਈਫ ਵਿੱਚ ਗੇਨ ਕੀਤੇ ਹੋਣੇ ਆ। ਤੇ ਉਹ ਚੀਜ਼ ਉਹਦੇ 'ਚੋਂ ਉੱਭਰ ਕੇ ਆ ਰਹੀ ਸੀਗੀ। ਤੇ ਉਹਨੂੰ ਮੇਰੇ ਖਿਆਲ ਇਹ ਮਹਿਸੂਸ ਹੁੰਦਾ ਹੋਊਗਾ ਕਿ ਹੁਣ ਮੈਂ ਸਿਧਾਂਤਾਂ ਤੇ ਆਪਦੀ ਪਬਲਿਕ ਜ਼ਿੰਦਗੀ ਬਤੀਤ ਕਰਨੀ ਹੈ, ਤੇ ਨਾ ਕਿ ਆਪਾਂ ਅਖੌਤੀ ਪਾਰਟੀਆਂ 'ਚ ਰਹਿ ਕੇ ਅਸੀਂ ਕੋਈ ਕੰਮ ਕਰਨਾ। ਕਿ ਉਹਨੂੰ ਕੀ ਲੋੜ ਸੀਗੀ? ਉਹਨੇ ਤਾਂ ਸਾਰਾ ਨਾਮ ਵੀ ਕਮਾ ਲਿਆ ਸੀਗਾ, ਜ਼ਮੀਨ ਤੋਂ ਉੱਠਿਆ ਹੋਇਆ ਬੰਦਾ ਸੀਗਾ, ਠੀਕ ਹੈ ਜੀ। ਉਹਨੇ ਸਾਰਾ ਕੁਝ ਆਪ ਕੀਤਾ ਸੀਗਾ, ਉਹਦੇ ਆਪ ਦੀ ਕਿਰਤ ਦੀ ਕਮਾਈ ਸੀਗੀ। ਸੋ ਉਹਨੂੰ ਕੀ ਲੋੜ ਸੀਗੀ ਕਿ ਸਰਕਾਰ 'ਚ ਆਈਏ ਨਾ ਆਈਏ, ਉਹਨੂੰ ਥੋੜ੍ਹੀ ਨਾ ਕੋਈ ਉਹਦਾ ਫਰਕ ਪੈਣਾ ਸੀ। ਬਿਲਕੁਲ, ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਔਰ ਉਮੀਦ ਹੈ ਕਿ ਜੋ ਤੁਸੀਂ ਸੋਚ ਰਹੇ ਹੋ ਇਸ ਚੋਣ ਦੇ ਵਿੱਚ ਉਸੇ ਤਰ੍ਹਾਂ ਦਾ ਨਤੀਜਾ ਤੁਹਾਨੂੰ ਪਰਿਵਾਰ ਨੂੰ ਵੀ ਮਿਲੇ, ਮਾਨ ਸਾਹਿਬ ਨੂੰ ਮਿਲੇ। ਮੱਕੜ ਸਾਹਿਬ, ਥੈਂਕ ਯੂ ਵੈਰੀ ਮੱਚ, ਜਿਹੜਾ ਤੁਸੀਂ ਅੱਜ ਇੱਥੇ ਆਏ ਹੋ ਸੰਗਰੂਰ ਤੇ ਮੌਕਾ ਦਿੱਤਾ। ਤੁਹਾਡੇ ਟੀਵੀ ਤੇ ਪਹਿਲੀ ਵਾਰੀ ਮੈਂ ਰੂਬਰੂ ਹੋਇਆ, ਤੇ ਥੈਂਕ ਯੂ ਵੈਰੀ ਮੱਚ। ਬਹੁਤ ਸ਼ੁਕਰੀਆ ਗੋਬਿੰਦ ਜੀ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਰਿਵਾਰਕ ਵਿਅਕਤੀਆਂ ਦੇ ਇੰਟਰਵਿਊਜ਼ ਤੁਸੀਂ ਘੱਟ ਦੇਖੇ ਹੋਣੇ ਆ। ਇਹ ਉਹਨਾਂ ਦੇ ਦੋਤੇ ਨੇ, ਔਰ ਗੋਬਿੰਦ ਸਿੰਘ ਹੋਣਾ ਦੇ ਨਾਲ ਗੱਲਬਾਤ ਕਰਕੇ ਸਾਨੂੰ ਵੀ ਚੰਗਾ ਲੱਗਿਆ। ਐਂਡ ਆਈ ਐਮ ਸ਼ੋਰ ਕਿ ਤੁਸੀਂ ਵੀ ਇਹ ਇੰਟਰਵਿਊ ਇੰਜੋਏ ਵੀ ਕੀਤਾ ਹੋਣਾ। ਮਾਨ ਸਾਹਿਬ ਬਾਰੇ ਬਹੁਤ ਸਾਰੀਆਂ ਹੋਰ ਨਵੀਆਂ ਗੱਲਾਂ ਤੁਹਾਨੂੰ ਪਤਾ ਲੱਗੀਆਂ ਨੇ। ਕੈਮਰਾ ਪਰਸਨ ਜਗਰੂਪ ਸਿੰਘ ਤੇ ਹਰਪਾਲ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਸੰਗਰੂਰ।